अगर कोई $3500 तो घट कमांदा वै तो ਉਹਦੀ CPP नहीं लगदी, 3500 तो ऊपर CPP लगनी शुरू होगी। मान लो कोई बंदा 3500 ਤੇ ਕੰਮ ਕਰੀ ਜਾਂਦਾ, ਨਹੀਂ ਪੈਨਸ਼ਨ ਕਟਾਉਂਦਾ, ਫਿਰ ਵੀ ਮਿਲੂਗੀ ਉਹਨੂੰ ਪੈਨਸ਼ਨ। ਤੁਹਾਡਾ ਜਿਹੜਾ EMPLOYER ਹੈ ਉਹ ਵੀ ਐਕਚੁਅਲੀ $4000 ਕੰਟਰੀਬਿਊਟ ਕਰਦਾ ਪਿਆ ਹੈਗਾ ਵੈ। ਸੋ ਇਹਦਾ ਮਤਲਬ CPP ਜਿਹੜਾ ਫੰਡ ਹੈ ਉਹ 'ਚ 4000 ਨਹੀਂ ਜਾ ਰਿਹਾ, ਉਹ 'ਚ $8000 ਜਾ ਰਿਹਾ ਹੈਗਾ ਵੈ। ਜਿਹੜਾ ਦੂਸਰਾ ਜਿਹੜਾ EMPLOYER ਕੰਟਰੀਬਿਊਟ ਕਰਦਾ ਪਿਆ ਵੈ ਨਾ, ਉਹਨੂੰ ਅਸੀਂ ਪੇਰੋਲ ਟੈਕਸ ਕਹਿੰਦੇ ਆ। ਬਿਕਾਜ਼ EMPLOYER ਨੂੰ ਥੋੜ੍ਹਾ ਕੁਛ ਵਾਪਸ ਮਿਲਣਾ ਹੈ, ਪੈਨਸ਼ਨ ਤੁਹਾਨੂੰ ਮਿਲਣੀ ਨਾ, ਤੁਸੀਂ ਕੰਟਰੀਬਿਊਟ ਕਰ ਰਹੇ ਹੋ। ਸਰਕਾਰ ਕਹਿ ਰਹੀ ਹੈ ਕਿ ਤੁਹਾਡੀ CPP ਕੰਟਰੀਬਿਊਸ਼ਨ ਵੱਧ ਜਾਏਗੀ। ਬਿਲਕੁਲ ਠੀਕ। ਇਹ ਕਿਉਂ? ਇਹ ਅੱਜ ਨਹੀਂ ਵੱਧ ਰਿਹਾ, ਪਿਛਲੇ ਸਾਲਾਂ 'ਚ ਇੱਦਾਂ ਹੀ ਹੋ ਰਿਹਾ ਸੀਗਾ ਹਰ ਸਾਲ। ਅੱਛਾ ਜੀ। ਇਸ ਸਾਲ ਥੋੜਾ ਜਿਹਾ ਜ਼ਿਆਦਾ ਹੋ ਗਿਆ, ਤਾਂ ਰੌਲਾ ਪਿਆ, ਜ਼ਿਆਦਾ ਰੌਲਾ ਪੈ ਗਿਆ। ਉਹ ਰੀਜ਼ਨ ਕੀ ਹੋਇਆ? ਕਿਉਂਕਿ ਇਨਫਲੇਸ਼ਨ ਬਹੁਤ ਹੈ, 6.3% ਇਨਫਲੇਸ਼ਨ ਜਿਹੜਾ ਹੈਗਾ ਵੈ ਉਹ ਕਾਊਂਟ ਕੀਤਾ। ਅੱਗੇ ਕੀ ਹੁੰਦਾ ਸੀਗਾ 1% 2%। ਜੀ। ਉਹ ਚੇਂਜ ਹੁੰਦੀ ਵੀ ਸੀਗੀ, ਸਾਨੂੰ ਨਜ਼ਰ ਨਹੀਂ ਆਉਂਦੀ ਸੀਗੀ। ਉਹ ਲਿਮਿਟ ਵਧਾਉਣ ਦੇ ਕਾਰਨ ਐਕਸਟਰਾ ਕੰਟਰੀਬਿਊਟ ਕਰਨਾ ਮੈਂ ਤੇਰਾ ਪੇ ਚੈੱਕ ਜਿਹੜਾ ਹੈਗਾ ਵਾ ਉਹ ਛੋਟਾ ਹੋ ਜਾਣਾ। ਰੱਬ ਨਾ ਕਰੇ 65 ਸਾਲ ਤੋਂ ਪਹਿਲਾਂ ਮੇਰੀ ਮੌਤ ਹੋ ਗਈ, ਹਾਂਜੀ, ਤੇ ਜਿਹੜੀ ਉਹ ਪੈਨਸ਼ਨ ਮੇਰੀ ਜਮ੍ਹਾਂ ਹੋਈ ਆ ਉਹਦਾ ਕੀ ਬਣੇਗਾ? ਸੋ ਇਸ ਸਾਲ ਤੋਂ ਅਗਰ ਤੁਸੀਂ 68 ਤੋਂ ਉੱਪਰ ਕਮਾਉਂਦੇ ਹੋ ਤਾਂ ਇਹ ਸੈਕਿੰਡ ਸੀਲਿੰਗ ਇੱਕ ਹੋਰ ਆ ਗਈ 73000 ਦੀ ਜੀ। ਉਹ ਜਿਹੜਾ ਡਿਫਰੈਂਸ ਹੈਗਾ $5000 ਰਫਲਾ ਹੈਗਾ ਵੈ, ਤੁਸੀਂ ਉਹਦੇ ਉੱਤੇ 4% ਹੋਰ ਪੇ ਕਰੋਗੇ। ਟੋਟਲ ਜਿਹੜਾ ਹੈਗਾ ਵੈ ਆਪਣਾ $488 ਆਪਣੀ ਪੋਕਟ ਚੋਂ ਜ਼ਿਆਦਾ ਜਾਣੇ ਆ। ਹੁਣ ਮੇਰਾ ਇੱਕ ਕਲਾਇੰਟ ਆ, ਉਹਦੇ 83 EMPLOYEES ਨੇ। ਹੁਣ ਮੈਂ ਇਕੱਲਾ 188 ਵੀ ਲੈ ਕੇ ਚੱਲਾਂ ਨਾ ਤੇ 83 × 200 ਜੀ $16000 ਦਾ ਫਰਕ ਪੈ ਜਾਂਦਾ ਰਫਲੀ। ਹੁਣ ਉਹ ਪੈਨਸ਼ਨ ਵੀ ਲਈ ਜਾਂਦੇ ਆ ਤੇ ਨਾਲ ਨੌਕਰੀ ਵੀ ਕਰੀ ਜਾਂਦੇ ਆ। ਕੀ ਇਸ ਤਰ੍ਹਾਂ ਹੋ ਸਕਦਾ? ਆਪਣੇ ਨਾਮ ਤੇ ਕੰਮ ਕਰਦੇ, ਸੈਲਫ EMPLOYED ਕਹਿੰਦੇ ਉਹਨਾਂ ਨੂੰ। ਟੈਕਸੀ ਡਰਾਈਵਰਸ ਹੋ ਗਏ ਜਾਂ ਤੁਸੀਂ ਕੰਪਨੀ ਨਹੀਂ ਬਣਾਈ ਹੋਈ ਜਦੋਂ ਕਰਦੇ, ਉਹਨਾਂ ਨੂੰ 2 ਪੋਰਸ਼ਨ ਪੇ ਕਰਨੇ ਪੈਂਦੇ ਨੇ। ਇੱਕ ਤਾਂ ਆਪਣਾ EMPLOYE ਪੋਰਸ਼ਨ, ਜੇ ਤੁਸੀਂ ਆਪਣੇ EMPLOYER ਆਪ ਹੀ ਹੋ ਤੁਹਾਨੂੰ ਸੈਕਿੰਡ ਪੋਰਸ਼ਨ ਵੀ ਪੇ ਕਰਨਾ ਪੈਣਾ। CPP ਕੈਨੇਡਾ ਪੈਨਸ਼ਨ ਪਲਾਨ ਦੇ ਵਿੱਚ ਜਿਹੜੀ ਅਸੀਂ ਕਟੌਤੀ ਕਰਦੇ ਆ, ਪਰ ਜੇ ਮੈਂ ਚਾਹਾਂ ਵੀ ਨਾ ਕੱਟੋ ਮੇਰੇ ਪੈਸੇ ਤਾਂ ਇੱਦਾਂ ਹੋ ਸਕਦਾ? ਫਾਇਦੇ ਦੇ ਉੱਤੇ ਤੁਹਾਨੂੰ ਪੈਨਸ਼ਨ ਜਿਹੜੀ ਹੈਗੀ CPP ਦੀ ਪੈਨਸ਼ਨ ਤੁਹਾਨੂੰ ਉੱਦਾਂ ਹੀ ਮਿਲੇਗੀ ਜਿਹੜੀ। ਅਗਰ ਤੁਸੀਂ 60 ਦੇ ਉੱਤੇ ਪੈਨਸ਼ਨ ਲੈਂਦੇ ਹੋ ਤੁਹਾਨੂੰ 6% ਹਰ ਸਾਲ ਦਾ ਘੱਟ ਮਿਲੇਗਾ। ਟਰੂਡੋ ਸਾਹਿਬ ਨੂੰ ਬਦਲਣ ਨਾਲ ਕੋਈ ਫਰਕ ਪਏਗਾ? ਰੀਫਾਈਨਾਂਸਿੰਗ ਦਾ ਮਤਲਬ ਹੈ ਕਿ ਤੁਹਾਡਾ ਇਹੀ ਜਿਹੜਾ 60000 ਦਾ ਲੋਨ ਹੈ ਉਹਨੂੰ ਉਹ 40000 ਦਾ ਲੋਨ ਤੁਹਾਨੂੰ ਰੀਫਾਈਨਾਂਸ ਕਰ ਦੇਣਗੇ ਤੇ ਉਹ ਗਵਰਨਮੈਂਟ ਨੂੰ ਪੇ ਕਰ ਦੇਣਗੇ। ਤੁਸੀਂ ਉਸ 40000 ਦਾ ਲੋਨ ਲਾਈ ਚੱਲੋ ਆਪਣਾ, ਤਾਂ ਕਿ ਤੁਸੀਂ 20000 ਦਾ ਨੁਕਸਾਨ ਨਾ ਕਰੋ। ਉਹ ਅਗਰ ਤੁਸੀਂ ਕਰਨਾ ਵੈ ਤੇ ਉਹ ਵੀ 18 ਜਨਵਰੀ ਤੋਂ ਪਹਿਲੇ ਹੀ ਕਰਨਾ ਹੈਗਾ ਵੈ। ਅਗਰ ਤੁਸੀਂ 18 ਜਨਵਰੀ ਤੋਂ ਪਹਿਲੇ ਉਹਦੀ ਅਪਲਾਈ ਕਰ ਦਿੰਦੇ ਹੋ, ਔਰ ਚਲੋ ਬਿਜ਼ੀ ਬਹੁਤ ਹੋਏਗਾ ਇਸ ਟਾਈਮ, ਬੈਂਕ ਦਿਨ ਬਹੁਤ ਥੋੜੇ ਰਹਿ ਗਏ ਹੈਗੇ ਨੇ, ਤੁਹਾਡੀ ਐਪਲੀਕੇਸ਼ਨ ਅਪਰੂਵ ਨਹੀਂ ਹੋਈ ਜਾਂ ਹਾਲੇ ਪੈਂਡਿੰਗ ਹੈਗੀ ਹੈ, ਫਿਰ ਤੁਹਾਡੇ ਕੋਲ 28 ਮਾਰਚ ਤੱਕ ਦਾ ਟਾਈਮ ਹੈਗਾ ਵੈ। ਅੱਛਾ ਜੀ। ਫਿਰ ਤੁਸੀਂ 28 ਮਾਰਚ ਤੱਕ ਪੇ ਕਰ ਸਕਦੇ ਹੋ, ਪਰ ਓਨਲੀ ਅਗਰ ਤੁਸੀਂ 18 ਜਨਵਰੀ ਤੋਂ ਪਹਿਲਾਂ ਐਪਲੀਕੇਸ਼ਨ ਪਾਈਏ। ਅਗਰ ਤੁਸੀਂ ਕਹਿੰਦੇ ਮੈਂ 18 ਜਨਵਰੀ ਤੋਂ ਬਾਅਦ ਬੈਂਕ ਵਿੱਚ ਜਾਵਾਂਗਾ ਤੇ ਮੈਂ ਜਾ ਕੇ ਕਰਾਂਗਾ, ਸੌਰੀ ਤੁਹਾਡੇ 20000 ਚਲੇ ਜਾਣਗੇ। more than 68,000 ਕਮਾਉਂਦੇ ਹੈਗੇ ਹੋ, ਰਾਈਟ ਜੀ, then you will see your pocket going down more। ਜਿਵੇਂ ਅਸੀਂ CPP ਵੱਧ ਕਟਾਵਾਂਗੇ ਇਹਦਾ ਬੈਨੀਫਿਟ ਸਾਨੂੰ ਹੀ ਆ ਅਲਟੀਮੇਟਲੀ। ਇਸ ਸਾਲ ਦੇ ਵਿੱਚ ਨਾ ਨਵੀਆਂ ਫਾਈਲਿੰਗਸ ਬਹੁਤ ਆਈਆਂ ਮੈਂ। ਅੱਛਾ ਜੀ। ਅੰਡਰ ਯੂਜ਼ਡ ਹਾਊਸਿੰਗ ਟੈਕਸ, ਰੈਜ਼ੀਡੈਂਸ਼ੀਅਲ ਫਲਿਪਿੰਗ ਰੂਮ ਟਰਸਟ, ਬੇਅਰ ਟਰਸਟ, ਹੋਰ ਬੜੀਆਂ ਲਿਸਟਿੰਗ ਆਈਆਂ ਮੈਂ। ਇਹ ਨਵੀਆਂ ਫਾਈਲਿੰਗ ਜਿਹੜੀਆਂ ਆਈਆਂ ਮੈਂ, ਇਹ ਨਵੇਂ ਟੈਕਸ ਨਹੀਂ ਲੈ ਕੇ ਆਈਆਂ, ਲੇਕਿਨ ਅਗਰ ਤੁਸੀਂ ਇਹ ਫਾਈਲਿੰਗ ਨਹੀਂ ਕਰਦੇ ਤਾਂ ਉੱਥੇ ਪੈਨਲਟੀਜ਼ ਬਹੁਤ ਨੇ। ਓਕੇ। ਸੋ ਤੁਸੀਂ ਸ਼ਾਇਦ ਆਪਣਾ ਟੈਕਸ ਨੂੰ ਨਾ ਦੇਖੋਗੇ, ਪਰ ਅਗਰ ਰੱਬ ਨਾ ਕਰੇ ਤੁਸੀਂ ਉਸ ਟਰੈਪ 'ਚ ਫਸ ਗਏ, ਤੁਸੀਂ ਪੈਨਲਟੀਆਂ ਬਹੁਤ ਪੇ ਕਰਨੀਆਂ। ਪੋਸਟ ਕਰੋ ਕਿ ਤੁਸੀਂ ਆਪਣੇ ਟੈਕਸ ਨਹੀਂ ਪੇ ਕੀਤਾ ਜਾਂ ਅਰੀਅਰਸ ਪਏ ਨੇ ਜਾਂ ਇੰਸਟਾਲਮੈਂਟ ਨਹੀਂ ਪੇ ਕੀਤੀਆਂ, ਇਸ ਟਾਈਮ ਉਹਦੀ ਜਿਹੜੀ ਇੰਟਰਸਟ ਰੇਟ ਹੈ ਜਿਹੜੀ ਸਰਕਾਰ ਚਾਰਜ ਕਰਦੀ ਵੀ ਉਹ 10% ਹੈ, ਔਰ ਉਹ ਕੰਪਾਊਂਡਡ ਹੈ ਐਵਰੀ ਡੇ। ਉਹ ਅੱਜ ਅਸੀਂ CPP ਕੰਟਰੀਬਿਊਸ਼ਨ ਦੇ ਨਾਲ ਜਿਹੜਾ ਸੀਬਾ ਲੋਨ ਦਾ ਇਸ਼ੂ ਆਇਆ ਹੈ ਉਸ ਦੇ ਬਾਰੇ ਵਿੱਚ ਵੀ ਗੱਲਬਾਤ ਕਰਾਂਗੇ। ਮਦਾਨ ਸਾਹਿਬ ਤੁਹਾਡਾ ਬਹੁਤ ਸਵਾਗਤ ਸਰ ਜੀ, ਆਇਆਂ ਨੂੰ। ਗੁੱਡ ਮਾਰਨਿੰਗ। ਥੈਂਕ ਯੂ ਰਿਸ਼ੀ ਜੀ, ਥੈਂਕ ਯੂ ਫॉर ਹੈਵਿੰਗ ਮੀ ਜੀ। ਥੈਂਕ ਯੂ ਸਰ। ਤੇ ਮਦਾਨ ਸਾਹਿਬ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ CPP ਕੰਟਰੀਬਿਊਸ਼ਨ ਦੀ ਬੜੀ ਖਬਰ ਹੈ ਕਿ ਸਾਡੀ ਇਨਕਮ ਘੱਟ ਜਾਏਗੀ। ਇਹ CPP ਕੰਟਰੀਬਿਊਸ਼ਨ ਨਾਲ ਇਨਕਮ ਕਿਵੇਂ ਘੱਟ ਜਾਏਗੀ? CPP ਕੈਨੇਡਾ ਪੈਨਸ਼ਨ ਪਲਾਨ ਨੋਟ ਅਨਪੋਪੂਲਰ, ਬਹੁਤ ਲੋਕਾਂ ਨੂੰ ਪਤਾ ਵੈ। ਮੋਸਟਲੀ ਤੁਸੀਂ ਆਪਣਾ ਅਗਰ ਪੇ ਸਟੱਬ ਤੁਸੀਂ ਦੇਖਦੇ ਹੋ ਤਾਂ ਤੁਸੀਂ ਪੇ ਸਟੱਬ ਦੇ ਉੱਤੇ ਦੇਖਦੇ ਹੋ ਤੁਹਾਡੀ ਗ੍ਰੋਸ ਸੈਲਰੀ ਜੀ $1000 ਹੈ, ਉਹਦੇ ਵਿੱਚੋਂ CPP ਕੱਟੀ ਗਈ ਹੈ, EI ਕੱਟੀ ਗਈ ਹੈ, ਇਨਕਮ ਟੈਕਸ ਕੱਟਿਆ ਗਿਆ ਵੈ ਤੇ ਨੈਟ ਪੇ ਮਿਲਦੀ ਹੈ। ਸੋ ਦੈਟਸ ਦ ਰੀਜ਼ਨ ਅ ਲੋਟ ਆਫ ਟਾਈਮ ਪੀਪਲ ਥਿੰਕ ਕਿ ਹਾਂਜੀ ਮੇਰਾ ਬਣਿਆ ਤਾਂ $1000 ਸੀਗਾ, ਲੇਕਿਨ ਮੇਰੀ ਪੋਕਟ ਦੇ ਵਿੱਚ $800 ਆਇਆ ਹੈਗਾ, $200 ਕਟਾ ਕੇ ਪੈਸੇ ਆਏ ਨੇ ਜੀ। ਨਾਓ CPP ਜਿਹੜਾ ਪ੍ਰੋਗਰਾਮ ਹੈਗਾ ਕੈਨੇਡਾ ਪੈਨਸ਼ਨ ਪ੍ਰੋਗਰਾਮ, ਇਹ ਗਵਰਨਮੈਂਟ ਦਾ ਪ੍ਰੋਗਰਾਮ ਹੈ, ਗਵਰਨਮੈਂਟ ਦੀ ਪੈਨਸ਼ਨ ਹੈਗੀ ਹੈ ਜੀ। ਸੋ ਇਹ ਮੈਂਡੇਟਰੀ ਮੀਨਸ
ਇਹ ਕੰਪਲਸਰੀ ਲਾਜ਼ਮੀ ਹੈ ਜੀ। ਸਹੀ। ਸੋ ਜਦੋਂ ਵੀ ਤੁਸੀਂ ਕੋਈ ਵੀ ਆਪਣਾ ਜੌਬ ਕਰਦਾ ਵਾ ਉਹਦੇ 'ਚੋਂ CPP ਕੱਟਣੀ ਜਿਹੜੀ ਹੈਗੀ ਹੈ ਉਹ ਕੰਪਲਸਰੀ ਹੈ। ਅਗਰ ਕੋਈ $3500 ਤੋਂ ਘੱਟ ਕਮਾਉਂਦਾ ਵਾ ਤਾਂ ਉਹਦੀ CPP ਨਹੀਂ ਲੱਗਦੀ, 3500 ਤੋਂ ਉੱਪਰ CPP ਲੱਗਣੀ ਸ਼ੁਰੂ ਹੁੰਦੀ ਹੈਗੀ ਹੈ। ਅੱਛਾ ਜੀ, ਠੀਕ ਹੈ। ਤੁਸੀਂ ਆਫਟਰ ਦ ਏਜ ਆਫ 60 ਜਾਂ 65 ਡਿਪੈਂਡਿੰਗ ਔਨ ਯਰ 70 ਜੋ ਤੁਸੀਂ ਹੁੰਦਾ ਹੈਗਾ ਵਾ, ਤੁਸੀਂ ਆਪਣੀ ਕੈਨੇਡਾ ਪੈਨਸ਼ਨ ਪਲਾਨ ਅਪਲਾਈ ਕਰ ਸਕਦੇ ਹੈਗੇ ਹੋ, ਜਿਹੜੀ ਤੁਹਾਨੂੰ ਡਿਪੈਂਡਿੰਗ ਔਨ ਤੁਸੀਂ ਕਿੰਨੇ ਸਾਲ ਕੰਮ ਕੀਤਾ ਵਾ, ਕਿੰਨਾ ਕੰਟਰੀਬਿਊਟ ਕੀਤਾ ਵਾ, ਤੁਹਾਨੂੰ ਉਸ ਚੀਜ਼ ਦੀ ਪੈਨਸ਼ਨ ਮਿਲਦੀ ਹੈ। ਸੋ ਇਹ ਕੈਨੇਡਾ ਪੈਨਸ਼ਨ ਪਲਾਨ ਪ੍ਰੋਗਰਾਮ ਹੈਗਾ ਗਵਰਨਮੈਂਟ ਵੱਲੋਂ ਹੈ, ਜਿਹੜਾ ਆਪਾਂ ਨੂੰ ਪੈਨਸ਼ਨ 'ਚ ਕੰਟਰੀਬਿਊਟ ਕਰਕੇ ਸਾਨੂੰ ਪੈਨਸ਼ਨ ਉਹਦੀ ਮਿਲਦੀ ਹੈਗੀ ਹੈ। ਹੁਣ ਤੁਸੀਂ ਦੱਸਿਆ ਕਿ ਜੇ 3500 ਤੱਕ ਦੀ ਇਨਕਮ ਹੈ ਫਿਰ CPP ਨਹੀਂ ਕੱਟਦੀ। ਬਿਲਕੁਲ ਠੀਕ। ਮੰਨ ਲਓ ਕੋਈ ਬੰਦਾ 3500 ਤੇ ਕੰਮ ਕਰੀ ਜਾਂਦਾ, ਨਹੀਂ ਪੈਨਸ਼ਨ ਕਟਾਉਂਦਾ, ਫਿਰ ਵੀ ਮਿਲੂਗੀ ਉਹਨੂੰ ਪੈਨਸ਼ਨ? ਨਹੀਂ ਜੀ। ਸੋ ਕੈਨੇਡਾ ਪੈਨਸ਼ਨ ਪਲਾਨ ਜਿਹੜਾ ਪ੍ਰੋਗਰਾਮ ਹੈਗਾ ਵਾ ਇਹ ਬੇਸਡ ਹੈਗਾ ਵਾ ਕਿ ਤੁਸੀਂ ਕਿੰਨਾ ਕੰਟਰੀਬਿਊਟ ਕੀਤਾ ਵਾ। ਸੋ ਅਸੀਂ 3500 ਦੀ ਗੱਲ ਨਹੀਂ ਕਰਦੇ। ਚਲੋ ਲੈਟਸ ਸੇ ਕਿ ਤੁਸੀਂ ਨਵੇਂ ਆਏ ਹੋ, ਹੁਣ ਇਮੀਗ੍ਰੈਂਟਸ ਆਏ, ਰਾਈਟ? ਸਪੋਜ਼ ਕਰੋ ਪਹਿਲੇ ਸਾਲ ਮੇਰੀ ਇਨਕਮ 3500 ਹੀ ਸੀਗੀ, ਕੁਝ ਵੀ ਕੰਟਰੀਬਿਊਟ ਨਹੀਂ ਹੋਇਆ। ਅਗਲੇ ਸਾਲ ਮੇਰੀ 10,000 ਹੋਈ, ਥੋੜਾ ਕੰਟਰੀਬਿਊਟ ਹੋ ਗਿਆ, ਫਿਰ ਮੇਰੀ 20,000 ਹੋਈ, 70,000 ਹੋ ਗਈ, ਡਿਪੈਂਡਿੰਗ ਔਨ ਨੰਬਰ ਆਫ ਈਅਰਸ। ਜੀ। तो गवर्नमेंट उस चीज़ का एक फार्मूला है, उन्होंने अपना ही फार्मूला है पेंशन कैलकुलेट करने ਦਾ। ਹੁਣ ਇਸ ਟਾਈਮ ਦੇ ਉੱਤੇ ਅਗਰ ਸਪੋਜ਼ ਕਰੋ ਕਿ ਤੁਸੀਂ ਹਰ ਸਾਲ ਮੈਕਸਿਮਮ ਕੰਟਰੀਬਿਊਟ ਕੀਤਾ, ਸੋ ਮੈਕਸਿਮਮ ਮਤਲਬ ਕਿ ਤੁਸੀਂ ਜਿੰਨਾ ਵੀ ਤੁਹਾਡੀ ਆਪਣੀ ਪੈਨਸ਼ਨ ਦੀ ਆਪਣੀ ਹੋਣੀ ਚਾਹੀਦੀ ਮੈਕਸਿਮਮ ਕੰਟਰੀਬਿਊਸ਼ਨ ਤੇ ਕੀਤੀ ਹੈ, ਯੂ ਕੈਨ ਗੈਟ ਅ ਪੈਨਸ਼ਨ ਅਪ ਟੂ $1,000 ਪਰ ਮੰਥ ਰਫਲੀ। ਜੀ, ਐਗਜ਼ੈਕਟ ਨੰਬਰ ਇਜ਼ ਡਿਫਰੈਂਟ ਇਨ ਦੇयर। ਪਰ ਇਹੀ ਸਪੋਜ਼ ਕਰੋ ਕਿ ਤੁਸੀਂ ਪਹਿਲੇ ਸਾਲ 3500, ਅਗਲੇ ਸਾਲ 5000, ਫਿਰ ਤੁਸੀਂ 15000, 40000 ਕੀਤਾ ਹੈਗਾ ਵੈ, ਤੁਹਾਡੀ ਪੈਨਸ਼ਨ $1000 ਨਹੀਂ ਹੋਏਗੀ, ਤੁਹਾਡੀ ਪੈਨਸ਼ਨ $600, $400, $200, $700 ਵੀ ਹੋ ਸਕਦੀ ਹੈ। ਸੋ ਦੈਟਸ ਦ ਰੀਜ਼ਨ ਤੁਸੀਂ ਦੇਖਦੇ ਹੋ ਕਿ ਤੁਹਾਡੀ ਔਰ ਮੇਰੀ ਪੈਨਸ਼ਨ ਦਾ ਫਰਕ ਹੋ ਸਕਦਾ ਵੈ, ਤੁਸੀਂ ਕਿੰਨੇ ਸਾਲ ਕੰਮ ਕੀਤਾ ਸੀਗਾ, ਕਿੰਨਾ ਕੰਟਰੀਬਿਊਟ ਕੀਤਾ ਸੀਗਾ। ਸੋ ਜੀ ਬੈਕ ਟੂ ਯੋਰ ਕੁਐਸਚਨ, ਅਗਰ ਤੁਸੀਂ ਇਕੱਲਾ 3500 ਹੀ ਕੰਮ ਕਰਦੇ ਰਹੇ ਹਾਂ ਤਾਂ ਫਿਰ ਨਹੀਂ ਮਿਲੇਗਾ। ਠੀਕ ਹੋ ਗਈ। ਤੇ ਹੁਣ ਸਰਕਾਰ ਕਹਿ ਰਹੀ ਹੈ ਕਿ ਤੁਹਾਡੀ CPP ਕੰਟਰੀਬਿਊਸ਼ਨ ਵੱਧ ਜਾਏਗੀ। ਬਿਲਕੁਲ ਠੀਕ। ਇਹ ਕਿਉਂ? CPP ਦੀ ਪੈਨਸ਼ਨ ਦਾ ਕੰਟਰੀਬਿਊਟ ਕਰਦੇ ਆ, ਉਹਦਾ ਇੱਕ ਮੈਕਸਿਮਮ ਨੰਬਰ ਹੈ। ਸੋ 2023 ਦੇ ਵਿੱਚ ਮੈਕਸਿਮਮ ਨੰਬਰ ਸੀਗਾ $3,700 ਰਫਲੀ, ਮੈਂ ਕਹਿ ਰਿਹਾ, ਐਗਜ਼ੈਕਟ ਨੰਬਰ ਇਜ਼ ਡਿਫਰੈਂਟ, 3753 ਸਮਥਿੰਗ ਨੰਬਰ ਹੈਗਾ ਮੈਂ। ਉਹ ਨੰਬਰ 2024 ਦੇ ਵਿੱਚ ਜਿਹੜਾ ਜਾ ਕੇ ਉਹ $4,000 ਤੱਕ ਪਹੁੰਚ ਜਾਏਗਾ। ਠੀਕ ਹੈ। ਸੋ ਗਵਰਨਮੈਂਟ ਕੀ ਕਰਦੀ ਹੈ ਕਿ ਹੁਣ ਪੈਨਸ਼ਨ ਪਲਾਨ ਜਿਹੜਾ ਹੈਗਾ ਵੈ, ਅਗਰ ਮੈਂ ਉਹਨੂੰ ਫਿਕਸ ਕਰ ਦੇਵਾਂ ਤੇ ਹਰ ਸਾਲ ਤੈਨੂੰ $1000 ਹੀ ਮਿਲੇਗਾ, ਲੇਕਿਨ ਮਹਿੰਗਾਈ ਵੱਧਦੀ ਪਈ ਹੈ, ਇਨਫਲੇਸ਼ਨ ਵੀ ਨਾਲ ਵੱਧਦਾ ਪਿਆ ਵੈ। ਸੋ ਅੱਜ ਜੇ ਪੈਨਸ਼ਨ $1000 ਹੈ, ਤੁਸੀਂ ਐਕਸਪੈਕਟ ਕਰਦੇ ਹੋ ਕਿ ਅਗਲੇ ਸਾਲ ਪਈ $1050 ਆਵੇ, ਕਿਉਂਕਿ ਮੇਰੇ ਮਹਿੰਗਾਈ ਵੀ ਚਾਹੀਦੀ ਹੈਗੀ। ਜੀ, ਉਹ ਗੱਲ ਹੈ ਕਿ ਅਫਕੋਰਸ ਗਵਰਨਮੈਂਟ ਉਸ ਚੀਜ਼ ਨੂੰ ਪੈਸੇ ਨੂੰ ਇਨਵੈਸਟ ਕਰ ਰਹੀ ਹੈ, ਉਹਦੇ 'ਚੋਂ ਰਿਟਰਨ ਵੀ ਆ ਰਹੀ ਹੈ। ਸੋ ਪੈਨਸ਼ਨ ਦਾ ਫੰਡ ਜਿਹੜਾ ਹੈਗਾ ਵੈ, ਪਰ ਗਵਰਨਮੈਂਟ ਸੋਚਦੀ ਹੈ ਕਿ ਉਹ ਪੈਨਸ਼ਨ ਦਾ ਫੰਡ ਇਨਫ ਨਹੀਂ ਹੈਗਾ, ਉਹਦੇ ਵਾਸਤੇ ਸਾਨੂੰ ਹੋਰ ਕੰਟਰੀਬਿਊਸ਼ਨ ਚਾਹੀਦੀ ਹੈ। ਸੋ ਹਰ ਸਾਲ ਉਸ ਚੀਜ਼ ਦੀ ਲਿਮਿਟ ਜਿਹੜੀ ਹੈਗੀ ਉਹ ਹਰ ਸਾਲ ਵੱਧਦੀ ਜਾਂਦੀ ਹੈਗੀ ਹੈ। ਸੋ ਕੁਝ ਸਾਲ ਪਹਿਲਾਂ ਜਿੱਦਾਂ ਸਪੋਜ਼ ਕਰੋ ਕਿ ਤੁਸੀਂ ਆਪਣੇ ਪੇ ਚੈੱਕ ਦੇ ਵਿੱਚੋਂ 4.95% ਰਫਲੀ 5% ਜੀ ਤੁਸੀਂ ਆਪਣਾ ਕੰਟਰੀਬਿਊਟ ਕਰਦੇ ਸੀਗੇ, ਉਹ ਅੱਜ ਦੀ ਡੇਟ ਦੇ ਵਿੱਚ 5.95 ਹੋ ਗਿਆ ਵੈ, 6% ਹੋ ਗਿਆ ਵੈ। ਸੋ ਉਹ 6% ਜਿਹੜਾ ਹੈਗਾ ਵੈ ਉਹਦੀ ਲਿਮਿਟ ਸੀਗੀ ਕਿ ਹਾਂਜੀ ਤੁਸੀਂ ਅਗਰ ਸਪੋਜ਼ ਪਿਛਲੇ ਸਾਲ 23 ਦੀ ਗੱਲ ਕਰਦੇ ਹਾਂ ਤਾਂ $66,000 ਰਫਲੀ ਤੱਕ ਤੁਸੀਂ ਕੰਟਰੀਬਿਊਟ ਕਰਦੇ ਸੀਗੇ। ਸੋ ਮਤਲਬ ਤੁਸੀਂ 66,000 ਮਾਈਨਸ 3500 ਟਾਈਮਸ 5.95% ਤੁਸੀਂ ਕੰਟਰੀਬਿਊਟ ਕੀਤਾ ਵੈ, ਵਿਚ ਇਜ਼ $3,700 ਪਰ ਈਅਰ। ਜੀ, ਸਟਾਪਡ। ਉਹ 66,000 ਹੁਣ 68,000 ਹੋ ਗਿਆ। ਓਕੇ, ਸੋ ਹੁਣ ਮਤਲਬ ਕਿ $2,000 ਦੇ ਐਕਸਟਰਾ ਕੰਟਰੀਬਿਊਟ ਕਰੋਗੇ। ਰਫਲੀ ਜਿਹੜਾ ਬੰਦਾ ਪਿਆ ਉਹ ਅਮਾਊਂਟ ਬੰਦਾ ਪਿਆ $188 ਬੰਦਾ ਪਿਆ, ਸੌਰੀ $300 ਬੰਦਾ ਪਿਆ ਟੋਟਲ ਰਫਲੀ ਜਿਹੜਾ ਬੰਦਾ ਪਿਆ ਹੈਗਾ ਵਾ, ਉਹ ਤੁਸੀਂ $300 ਐਕਸਟਰਾ ਕੰਟਰੀਬਿਊਟ ਕਰਨਾ ਪੈਣਾ ਤੁਹਾਨੂੰ ਇਸ ਸਾਲ ਦੇ ਵਿੱਚ। ਠੀਕ ਹੈ। ਇਹ ਹੁਣ ਹਰ ਸਾਲ ਵੱਧਦਾ ਹੈ, ਇਹ ਅੱਜ ਦਾ ਨਹੀਂ ਵੱਧ ਰਿਹਾ, ਪਿਛਲੇ ਸਾਲਾਂ 'ਚ ਇੱਦਾਂ ਹੀ ਹੋ ਰਿਹਾ ਸੀਗਾ ਹਰ ਸਾਲ। ਇਸ ਸਾਲ ਥੋੜਾ ਜਿਹਾ ਜ਼ਿਆਦਾ ਹੋ ਗਿਆ, ਜ਼ਿਆਦਾ ਰੌਲਾ ਪੈ ਗਿਆ। ਐਗਜ਼ੈਕਟਲੀ। ਇੱਕ ਗੱਲ ਤਾਂ ਇਹ ਹੋਈ, ਉਹ ਰੀਜ਼ਨ ਕੀ ਹੋਇਆ? ਕਿਉਂਕਿ ਇਨਫਲੇਸ਼ਨ ਬਹੁਤ ਹੈ। 6.3% ਇਨਫਲੇਸ਼ਨ ਜਿਹੜਾ ਹੈਗਾ ਵੈ ਉਹ ਕਾਊਂਟ ਕੀਤਾ। ਅੱਗੇ ਕੀ ਹੁੰਦਾ ਸੀਗਾ 1%, 2%। ਜੀ। ਉਹ ਚੇਂਜ ਹੁੰਦੀ ਵੀ ਸੀਗੀ, ਸਾਨੂੰ ਨਜ਼ਰ ਨਹੀਂ ਆਉਂਦੀ ਸੀਗੀ। ਜਾਂ ਸਪੋਜ਼ ਤੁਸੀਂ ਕਮਾਉਂਦੇ ਹੀ 60,000 ਤੋਂ ਘੱਟ ਹੈਗੇ ਹੋ, ਤੋਂ ਕਦੀ ਪਤਾ ਵੀ ਨਹੀਂ ਚੱਲਿਆ, ਕਿਉਂਕਿ 60,000 ਤੋਂ ਨੀਚੇ ਤਾਂ ਸੇਮ ਹੀ ਰੇਟ ਰਹਿ ਗਿਆ। ਇਹਦਾ ਜਿਹੜਾ ਬੰਦਾ ਹਾਇਰ ਇਨਕਮ ਵਾਲਾ ਹੈਗਾ ਨਾ, 60 ਉਹਨੂੰ ਫਰਕ ਪੈਂਦਾ ਹੁੰਦਾ ਸੀਗਾ। ਤੋ ਉਹ ਫਿਰ ਹੁਣ ਲੋਕ ਜਿਹੜੇ ਹੈਗੇ ਨਾ ਉਹ ਆਪਣੇ ਹੁਣ ਇਸ ਸਾਲ ਕਿ ਲਿਮਿਟ ਵੱਧ ਗਈ, ਉਹ ਲਿਮਿਟ ਵਧਾਉਣ ਦੇ ਕਾਰਨ ਐਕਸਟਰਾ ਕੰਟਰੀਬਿਊਟ ਕਰਨਾ ਮੈਂ ਤੇਰਾ ਪੇ ਚੈੱਕ ਜਿਹੜਾ ਹੈਗਾ ਵਾ ਉਹ ਛੋਟਾ ਹੋ ਜਾਣਾ। ਸੋ ਇੱਕ ਤਾਂ ਇਹ ਰੀਜ਼ਨ ਸੀਗਾ ਜੀ। ਦੂਜਾ ਰੀਜ਼ਨ ਇਹ ਹੋਇਆ ਕਿ ਇਸ ਸਾਲ ਤੋਂ ਆਪਾਂ ਨੂੰ ਨਾ CPP ਐਨਹਾਂਸਮੈਂਟ ਕਿਕ ਆਫ ਹੋ ਗਈ। ਇਹ ਸੈਕਿੰਡ CPP ਕਹਿ ਲਓ। ਇੱਕ CPP ਤਾਂ ਰੈਗੂਲਰ CPP ਹੋਈ, ਇੱਕ ਨਵੀਂ CPP ਸ਼ੁਰੂ ਹੋ ਗਈ ਜੀ, ਸੈਕਿੰਡ ਵਨ।
ਸੋ ਅਗਰ ਤੁਸੀਂ ਸਪੋਜ਼ ਕਰੋ 68,000 ਕਮਾਉਂਦੇ ਹੋ ਜੀ, ਫਿਰ ਤਾਂ ਰੈਗੂਲਰ CPP ਜਿੱਦਾਂ ਪਹਿਲਾਂ ਵੀ ਸੀਗੀ ਜੀ। ਅਗਰ ਸਪੋਜ਼ ਤੁਸੀਂ 68 ਤੋਂ ਉੱਪਰ ਕਮਾਉਂਦੇ ਹੋ ਤਾਂ CPP ਬੰਦ ਹੋ ਜਾਂਦੀ ਸੀਗੀ ਤੁਸੀਂ 3700 ਆਪਣਾ ਪੇ ਕੀਤਾ ਨੋ ਮੋਰ CPP। ਠੀਕ ਜੀ। ਇਸ ਸਾਲ ਤੋਂ ਅਗਰ ਤੁਸੀਂ 68 ਤੋਂ ਉੱਪਰ ਕਮਾਉਂਦੇ ਹੋ ਤੇ ਸੈਕਿੰਡ ਸੀਲਿੰਗ ਇੱਕ ਹੋਰ ਹੈਗੀ 73,000 ਦੀ ਜੀ। ਉਹ ਜਿਹੜਾ ਡਿਫਰੈਂਸ ਹੈਗਾ $5,000 ਰਫਲਾ ਹੈਗਾ ਵੈ ਤੁਸੀਂ ਉਹਦੇ ਉੱਤੇ 4% ਹੋਰ ਪੇ ਕਰੋਗੇ। ਸੋ ਟੋਟਲ ਜਿਹੜਾ ਹੈਗਾ ਵੈ ਆਪਣਾ $400 ਤੇ $88 ਆਪਣੀ ਪੋਕਟ ਚੋਂ ਜ਼ਿਆਦਾ ਜਾਣੇ ਆ ਰਫਲੀ। That is basically it's a lot of money। ਅੱਛਾ ਹੁਣ ਇਹ ਸੀਗਾ ਜਿਵੇਂ ਤੁਸੀਂ ਦੱਸਿਆ ਵੀ ਇਹ ਮੈਂਡੇਟੋਰੀ ਹੈ ਆਪਾਂ ਨੂੰ ਲਾਜ਼ਮੀ ਆ ਵੀ ਇਹ ਦੇਣੀ ਹੈ। ਜਿਹੜੀ ਇਹ ਸੈਕਿੰਡ ਸ਼ੁਰੂ ਹੋ ਗਈ ਹੈ ਇਹ ਵੀ ਲਾਜ਼ਮੀ ਹੈ? ਇਹ ਵੀ ਲਾਜ਼ਮੀ ਹੈ ਜੀ ਐਬਸੋਲਿਊਟਲੀ। ਇਹਦੇ 'ਚ ਕੋਈ ਵੀ ਆਪਣੇ ਕੋਲ ਆਪਸ਼ਨ ਨਹੀਂ ਹੈ। ਇਹ ਕੰਟਰੀਬਿਊਸ਼ਨ ਜਿਹੜੀ ਹੈਗੀ ਹੈ ਪੇਰੋਲ ਅਸੀਂ ਆਪਾਂ ਕਈ ਵਾਰੀ ਨਾ ਸਾਨੂੰ ਵੀ ਐਜ਼ ਐਨ ਅਕਾਊਂਟੈਂਟ ਸਾਨੂੰ ਵੀ ਮੈਸੇਜ ਆਉਂਦੇ ਨੇ ਜੀ ਪੈਸੇ ਟੈਕਸ ਬਹੁਤ ਕੱਟਦੇ ਪਏ ਹੋ ਤੁਸੀਂ ਪੇਰੋਲ ਸਾਡੇ ਆਪਣੇ ਜਾਬ ਉਹ ਕੱਟਿਆ ਹੈ ਟੈਕਸ ਘੱਟ ਕੱਟੋ ਜੀ ਇਹਨੂੰ। ਨੋ ਅਕਾਊਂਟੈਂਟਸ ਦੇ ਕੋਲ ਆਪਸ਼ਨ ਹੀ ਹੈ ਨਹੀਂ। ਇਹ ਪੇਰੋਲ ਟੇਬਲਸ ਹੁੰਦੇ ਨੇ ਜਿਹੜੇ ਗਵਰਨਮੈਂਟ ਪ੍ਰੋਵਾਈਡ ਕਰਦੀ ਹੈ CRA ਕੈਨੇਡਾ ਰੈਵਨਿਊ ਏਜੰਸੀ ਪ੍ਰੋਵਾਈਡ ਕਰਦੀ ਹੈ ਉਸ ਹਿਸਾਬ ਨਾਲ ਸਾਨੂੰ ਉਹ ਕੱਟਣਾ ਹੀ ਪੈਂਦੇ ਹੈਗੇ ਨੇ। ਤਾਂ ਜਦੋਂ ਦਾ ਪੇ ਚੈੱਕ ਬਣਨਾ ਹੈ ਉਹ ਕਟਾ ਕੇ ਹੀ ਬਣਨਾ ਹੈ ਉਹਦਾ ਕੋਈ ਆਪਸ਼ਨ ਨਹੀਂ। ਹੁਣ ਦੱਸੋ ਇਹ ਪੇਰੋਲ ਟੈਕਸ ਕੀ ਹੈ? ਪੇਰੋਲ ਟੈਕਸ ਦੂਜੇ ਪਾਸੇ ਆ ਜਾਓ ਹੁਣ ਤੁਸੀਂ ਨਾ ਇੱਕ ਪਾਸੇ ਤਾਂ ਆਪਾਂ ਗੱਲ ਕੀਤੀ EMPLOYEES ਦੀ ਨਾ ਤੁਸੀਂ EMPLOYEES ਦੀ ਗੱਲ ਕਰ ਰਹੀ $488 ਹੈਗਾ ਵਾ। ਸੋ ਜਦੋਂ CPP ਤੁਸੀਂ 5.95 ਪੇ ਕਰਦੇ ਪਏ ਹੋ ਜਾਂ ਦੀ $4,000 ਸਾਲ ਦਾ ਆਪਣਾ ਕਟਾਉਂਦੇ ਪਏ ਹੋ ਤੇ ਜੇ ਸਪੋਜ਼ ਤੁਸੀਂ ਸਾਲ ਦਾ 68,000 ਕਮਾਇਆ ਨਾ ਤੁਹਾਡਾ $4,000 CPP ਵਿੱਚੋਂ ਜਾਣਾ ਉਹਦੇ ਵਿੱਚੋਂ ਕੱਟਿਆ ਜਾਣਾ ਹੈਗਾ ਵਾ। ਤੁਹਾਡਾ ਜਿਹੜਾ EMPLOYER ਹੈ ਉਹ ਵੀ ਐਕਚੁਅਲੀ $4,000 ਕੰਟਰੀਬਿਊਟ ਕਰਦਾ ਪਿਆ ਹੈਗਾ ਵਾ। ਸੋ ਇਹਦਾ ਮਤਲਬ CPP ਜਿਹੜਾ ਫੰਡ ਹੈ ਉਹ 'ਚ 4,000 ਨਹੀਂ ਜਾ ਰਿਹਾ ਉਹ 'ਚ $8,000 ਜਾ ਰਿਹਾ ਹੈਗਾ ਵਾ। ਜਿਹੜਾ ਦੂਸਰਾ ਜਿਹੜਾ EMPLOYER ਕੰਟਰੀਬਿਊਟ ਕਰਦਾ ਪਿਆ ਵਾ ਨਾ ਉਹਨੂੰ ਅਸੀਂ ਪੇਰੋਲ ਟੈਕਸ ਕਹਿੰਦੇ ਹਾਂ ਬਿਕਾਜ਼ EMPLOYER ਨੂੰ ਥੋੜ੍ਹਾ ਕੁਛ ਵਾਪਸ ਮਿਲਣਾ ਹੈ। ਪੈਨਸ਼ਨ ਤੁਹਾਨੂੰ ਮਿਲਣੀ ਨਾ ਤੁਸੀਂ ਕੰਟਰੀਬਿਊਟ ਕਰ ਰਹੇ ਜਦੋਂ EMPLOYER ਤੁਹਾਡੇ ਬਿਹਾਫ ਤੇ ਕੰਟਰੀਬਿਊਟ ਕਰ ਰਿਹਾ ਵਾ EMPLOYER ਨੂੰ ਤਾਂ ਕੁਛ ਨਹੀਂ ਮਿਲਣਾ ਉਹ EMPLOYER ਵਾਸਤੇ ਉਹ ਪੇਰੋਲ ਟੈਕਸਿਸ ਹੈ। ਸੋ ਸੇਮ ਥਿੰਗ CPP ਸੇਮ ਥਿੰਗ EI ਜਿਹੜੀ EI ਵੀ ਹੈਗੀ ਹੈ ਤੁਸੀਂ 1.66% ਘਟਾਉਂਦੇ ਹੋ EMPLOYER ਤੁਹਾਡਾ 1.4 ਟਾਈਮਸ ਉਹਦਾ ਪੇ ਕਰਦਾ ਹੈ ਉਹ ਪੇਰੋਲ ਟੈਕਸ ਹੈਗਾ ਵੈ। ਸੋ ਜਿਹੜੀ ਕੈਨੇਡਾ ਪੈਨਸ਼ਨ ਪਲਾਨ 'ਚ ਜਿਹੜਾ ਮੈਂ ਕਟੌਤੀ ਕਰਦਾ ਉਹਦੇ ਵਿੱਚ ਮੇਰਾ EMPLOYER ਵੀ ਪਾ ਰਿਹਾ? ਬਿਲਕੁਲ ਜਿੰਨਾ ਤੁਸੀਂ ਕਰਦੇ ਹੋ ਓਨਾ ਹੀ EMPLOYER ਪਾਉਂਦਾ ਹੈ। ਇਹਦਾ ਮਤਲਬ ਜੇ ਤੁਹਾਡੇ $388 ਵੱਧਦੇ ਨੇ ਜੀ EMPLOYER ਦੇ ਵੀ ਵੱਧ ਗਏ। ਸੋ ਹੁਣ ਗੱਲ ਇਹ ਹੈਗੀ ਕਿ ਚਲੋ ਤੁਸੀਂ ਤਾਂ ਇੱਕ ਹੋਏ ਨਾ ਜੀ ਹੁਣ EMPLOYER ਵੱਲੋਂ ਜ਼ਿਆਦਾ ਰੌਲਾ ਪੈ ਰਿਹਾ ਐਕਚੁਅਲੀ EMPLOYEE ਵੱਲੋਂ ਤਾਂ ਰੌਲਾ ਪੈਣਾ ਹੀ ਪੈਣਾ ਸੀਗਾ ਕਿ ਭਾਈ ਮੇਰਾ ਪੇ ਚੈੱਕ ਘੱਟ ਜਾਣਾ ਹੁਣ ਮੇਰਾ ਪੇ ਚੈੱਕ ਘੱਟ ਗਿਆ। ਹਾਂਜੀ EMPLOYER ਵਾਸਤੇ ਤੁਸੀਂ ਤਾਂ ਇੱਕ ਹੋਏ ਕਿ $300 ਮੇਰਾ ਘੱਟ ਗਿਆ ਤੇ EMPLOYER ਨੇ ਤਾਂ ਆਪਣੇ 10 ਬੰਦਿਆਂ ਨੂੰ ਜਾਂ 20 ਨੂੰ there you got it। ਹੁਣ EMPLOYER ਦੇ ਸਪੋਜ਼ ਕਰੋ ਕਿ ਹੁਣ ਮੇਰਾ ਇੱਕ ਕਲਾਇੰਟ ਆ ਉਹਦੇ 83 EMPLOYEES ਨੇ ਹੁਣ ਮੈਂ ਇਕੱਲਾ 188 ਵੀ ਲੈ ਕੇ ਚੱਲਾਂ ਨਾ ਤੇ 83 ਟਾਈਮਸ 200 ਜੀ $16,000 ਦਾ ਫਰਕ ਪੈ ਜਾਂਦਾ ਰਫਲੀ। ਪੇਰੋਲ ਟੈਕਸ ਹੈਗਾ ਨਾ ਉਹ EMPLOYERS ਨੂੰ ਵੀ ਜ਼ਿਆਦਾ ਮਹਿੰਗਾ ਪੈਂਦਾ ਪਿਆ ਹੈਗਾ ਵੈ। ਦੂਸਰੇ ਪਾਸੇ ਹੈਗਾ ਜਿਹੜੇ ਬੰਦੇ ਆਪਣੇ ਜਿਹੜੇ ਭੈਣ ਭਰਾ ਹੈਗੇ ਜਿਹੜੇ ਆਪਣੇ ਆਪ ਕੰਮ ਆਪਣੇ ਨਾਮ 'ਤੇ ਕੰਮ ਕਰਦੇ ਸੈਲਫ EMPLOYED ਕਹਿੰਦੇ ਉਹਨਾਂ ਨੂੰ ਟੈਕਸੀ ਡਰਾਈਵਰਸ ਹੋ ਗਏ ਜਾਂ ਤੁਸੀਂ ਕੰਪਨੀ ਦੀ ਬਣਾਈ ਹੋਈ ਜਦੋਂ ਕਰਦੇ ਉਹਨਾਂ ਨੂੰ 2 ਪੋਰਸ਼ਨ ਪੇ ਕਰਨੇ ਪੈਂਦੇ ਨੇ। ਇੱਕ ਤਾਂ ਆਪਣਾ EMPLOYEE ਪੋਰਸ਼ਨ ਜੇ ਤੁਸੀਂ ਆਪਣੇ EMPLOYER ਆਪ ਹੀ ਹੋ ਤੁਹਾਨੂੰ ਸੈਕਿੰਡ ਪੋਰਸ਼ਨ ਵੀ ਪੇ ਕਰਨਾ ਪੈਣਾ। ਓਕੇ ਜੇ ਮੇਰੀ ਆਪਣੀ ਕੰਪਨੀ ਆ ਉਹ 'ਚ ਮੈਂ ਆਪ ਵੀ EMPLOYEE ਆ ਓਕੇ ਹਾਂ ਡਬਲ ਪੋਰਸ਼ਨ ਹੋ ਗਿਆ ਰਾਈਟ ਤੁਸੀਂ ਆਪ ਹੀ EMPLOYER ਆਪਣੇ ਹੋ ਗਏ ਨਾ ਹੁਣ ਤੁਹਾਡੇ ਵਾਸਤੇ ਉਹ ਉਲਟਾ ਹੋਰ ਡਬਲ ਹੋ ਗਿਆ। ਸੋ ਹੁਣ ਹੋਰ ਜ਼ਿਆਦਾ ਮਹਿੰਗਾ ਹੋ ਗਿਆ। ਸੋ ਇਸ ਕਰਕੇ ਫੀਲਿੰਗ ਹੋਈ ਹੈ ਕਿ ਮੇਰਾ ਪੇ ਚੈੱਕ ਜਿਹੜਾ ਹੈਗਾ ਬਹੁਤ ਘੱਟ ਜਾਣਾ ਹੈ ਐਤਕੀ ਹੁਣ ਸਪੈਸ਼ਲੀ ਜੇ ਮੈਂ ਸੈਲਫ EMPLOYED ਹਾਂ ਤਾਂ ਮੇਰਾ ਡਬਲ ਪੇ ਚੈੱਕ ਕੱਟਣਾ ਹੈਗਾ ਵੈ। ਸੋ ਅਬਾਊਟ 14.5% ਤੁਹਾਡੀ ਪੋਕਟ ਦੇ ਵਿੱਚ ਚਲੇ ਜਾਣਾ ਹੈਗਾ ਦੈਟਸ ਅ ਲੋਟ। ਅੱਛਾ ਇੱਕ ਗੱਲ ਆਪਾਂ ਵੈਸੇ ਤਾਂ ਕਲੀਅਰ ਕਰਤੀ ਹੈ ਪਰ ਅਜੇ ਵੀ ਮੈਨੂੰ ਲੱਗਦਾ ਉਹ ਤੁਹਾਡੇ ਮੂੰਹੋਂ ਸੁਣਨਾ ਚਾਹੁੰਦੇ ਨੇ ਕਿ CPP ਕੈਨੇਡਾ ਪੈਨਸ਼ਨ ਪਲਾਨ ਦੇ ਵਿੱਚ ਜਿਹੜੀ ਅਸੀਂ ਕਟੌਤੀ ਕਰਦੇ ਹਾਂ ਉਹ ਤੁਸੀਂ ਕਿਹਾ ਮੈਂਡੇਟੋਰੀ ਹੈ। ਬਿਲਕੁਲ ਠੀਕ ਹੈ ਜੀ ਪਰ ਜੇ ਮੈਂ ਚਾਹਵਾਂ ਵੀ ਨਾ ਕੱਟੋ ਮੇਰੇ ਪੈਸੇ ਤਾਂ ਇੱਦਾਂ ਹੋ ਸਕਦਾ? ਅਗਰ ਤੁਸੀਂ EMPLOYEE ਹੈਗੇ ਹੋ ਤਾਂ ਕੋਈ ਆਪਸ਼ਨ ਨਹੀਂ ਹੈ ਜੀ ਇਹ ਕੱਟਣੇ ਹੀ ਪੈਣਗੇ। ਲਓ ਜੀ ਸੁਣ ਲਓ ਇਹ ਗੱਲ ਲਾਜ਼ਮੀ ਹੈ ਕਿ ਜੇ ਤੁਸੀਂ EMPLOYEE ਹੋ ਤਾਂ ਤੁਹਾਡੀ CPP ਕੱਟੀ ਹੀ ਜਾਏਗੀ ਕੋਈ ਆਪਸ਼ਨ ਨਹੀਂ ਹੈ ਕੋਈ ਆਪਸ਼ਨ ਨਹੀਂ ਬਿਲਕੁਲ। ਸੋ ਹੁਣ ਜਿਹੜਾ ਰੌਲਾ ਪੈ ਰਿਹਾ ਇਹ ਮਾਲਕਾਂ ਵੱਲੋਂ ਅੱਛਾ ਇੱਕ ਬੰਦੇ ਦੀ ਤਾਂ ਮੈਂ ਤਾਂ ਇੱਕ ਜਿਵੇਂ ਤੁਸੀਂ ਕਿਹਾ ਕਿ ਤੁਸੀਂ ਇੱਕ EMPLOYEE ਹੋ ਮੇਰੀ ਤਨਖਾਹ ਕੱਟੀ ਗਈ ਜਾਂ ਵੱਧ ਕਟੌਤੀ ਹੋ ਗਈ ਪਰ EMPLOYER ਨੂੰ ਇੰਨਾ ਜ਼ਿਆਦਾ ਦੇਣਾ ਪਿਆ ਤੇ ਕੀ ਇਹ EMPLOYERS ਦੀ ਗੱਲ ਸੁਣੀ ਜਾਏਗੀ ਕਿ ਨਹੀਂ ਸੁਣੀ ਜਾਏਗੀ? ਨਹੀਂ ਜੀ। ਸੋ ਇਹ ਰੂਲ ਜਿਹੜੇ ਅੱਜ ਚੱਲਦੇ ਪਏ ਨੇ ਅੱਜ ਦੇ ਇੰਟਰੋਡਿਊਸ ਨਹੀਂ ਹੋਏ ਮੋਰ ਦੈਨ 3 years ਨਾਓ ਆਲਰੇਡੀ ਕਿ ਇਹਦੀ ਅਨਾਊਂਸਮੈਂਟ ਹੋ ਚੁੱਕੀ ਸੀਗੀ। ਇਹ
ਆਪਾਂ ਚਲੋ ਹਲੇ 2024 ਦੀ ਗੱਲ ਕਰਦੇ ਹਾਂ ਕਿ ਜੇ ਆਪਾਂ ਅਗਲੇ ਸਾਲ ਜਨਵਰੀ 2025 ਦੇ ਵਿੱਚ ਆਵਾਂਗੇ, ਆਪਾਂ $300 ਹੋਰ ਵਧਾਉਣ ਦੀ ਗੱਲ ਕਰਦੇ ਪਏ ਹਾਂ ਜੀ। ਹਾਲੇ ਖਤਮ ਨਹੀਂ ਹੋਇਆ ਇਹ ਸਟੈਪ ਬਾਈ ਸਟੈਪ ਪ੍ਰੋਸੈਸ ਹੈ ਜਿਹੜਾ ਅਗਲੇ ਸਾਲ ਤੱਕ ਵੀ ਚੱਲਣਾ ਹੈਗਾ ਵੈ। ਸੋ ਇਸ ਸਾਲ ਦਾ ਪੇ ਚੈੱਕ ਘਟਿਆ ਵੈ, ਅਗਲੇ ਸਾਲ ਹੋਰ ਘਟਣਾ ਵੈ, ਔਰ ਸੇਮ ਥਿੰਗ ਅਗਲੇ ਸਾਲ ਪੇਰੋਲ ਟੈਕਸ ਵੀ ਉਸ ਹਿਸਾਬ ਨਾਲ ਵੀ ਵੱਧ ਜਾਣਾ ਹੈਗਾ। ਸੋ ਇਹ ਸਲੈਬ ਜਿਹੜੀ 73,000 ਉੱਪਰਲੀ ਸਲੈਬ ਸੀਗੀ ਉਹ 79 ਹੋਣ ਵਾਲੀ ਹੈ ਜੀ ਅਗਲੇ ਸਾਲ। ਸੋ ਹੋਰ ਵਧਣ ਵਾਲਾ ਹੈਗਾ ਵੈ। ਇਹਦੀ ਸੁਣਵਾਈ ਜਿਹੜੀ ਸੀਗੀ, ਸੋ ਜਦੋਂ ਵੀ ਗਵਰਨਮੈਂਟ ਕੋਈ ਵੀ ਚੇਂਜਸ ਲੈ ਕੇ ਆਉਂਦੀ ਹੈ ਉਹਦਾ ਕੰਸਲਟੇਸ਼ਨ ਪੀਰੀਅਡ ਕਹਿੰਦੇ ਆ ਆਪਾਂ ਜੀ। ਉਸ ਕੰਸਲਟੇਸ਼ਨ ਪੀਰੀਅਡ ਦੇ ਵਿੱਚ ਤੁਸੀਂ ਆਪਣੀ ਇਨਪੁਟ ਦੇ ਸਕਦੇ ਹੋ ਐਜ਼ ਐਨ ਅਕਾਊਂਟੈਂਟ, ਅਸੀਂ ਦੇ ਸਕਦੇ ਹਾਂ, CPA ਐਸੋਸੀਏਸ਼ਨ ਜਿਹੜੀ ਸਾਡੀ ਉਹ ਦੇ ਸਕਦੀ ਹੈਗੀ ਹੈ, ਜਾਂ ਆਮ ਆਦਮੀ ਵੀ ਦੇ ਸਕਦਾ ਹੈਗਾ। ਉਹ ਪੀਰੀਅਡ ਖਤਮ ਹੋ ਚੁੱਕਾ ਹੈ। ਜਿਹੜੀ ਇਨਪੁਟ ਹੋਣੀ ਸੀ ਉਹ ਹੋ ਚੁੱਕੀ ਹੈ। ਉਸ ਇਨਪੁਟ ਦੇ ਵਿੱਚ ਅਗਰ ਗਵਰਨਮੈਂਟ ਨੇ ਕੁਝ ਕੰਸੀਡਰ ਕੀਤਾ ਤੁਹਾਡੀ ਗੱਲ ਤੇ ਕੰਸੀਡਰ ਹੋ ਗਈ, otherwise it's done, so there is no more ਸੁਣਵਾਈ। ਇਹ ਟੈਕਸ ਹੈਗਾ ਜੀ, ਉਹ will remain as। ਤੁਸੀਂ ਕਿਹਾ ਵੀ 60 ਤੇ ਵੀ ਰਿਟਾਇਰ ਹੋ ਸਕਦੇ ਆ? CPP ਪੈਨਸ਼ਨ ਵਾਲੇ ਹੋ ਸਕਦੇ ਆ ਜੀ, ਜਿਹੜੇ CPP ਚ ਕੰਟਰੀਬਿਊਟ ਕਰਦੇ ਆ ਉਹ 60 ਤੇ ਰਿਟਾਇਰ ਹੋ ਸਕਦੇ ਆ। ਬਿਲਕੁਲ ਠੀਕ ਹੈ, 60 ਤੇ ਪੈਨਸ਼ਨ ਲੈ ਸਕਦੇ ਨੇ। ਹੁਣ ਉਹ ਪੈਨਸ਼ਨ ਵੀ ਲਈ ਜਾਂਦੇ ਆ ਤੇ ਨਾਲ ਨੌਕਰੀ ਵੀ ਕਰੀ ਜਾਂਦੇ ਆ, ਕੀ ਇਸ ਤਰ੍ਹਾਂ ਹੋ ਸਕਦਾ? ਹਾਂਜੀ ਹੋ ਸਕਦਾ ਜੀ, ਬਿਲਕੁਲ। ਲੇਕਿਨ ਸੋ ਬੇਸਿਕ ਜਿਹੜੀ ਮੇਨ ਏਜ ਹੈਗੀ ਉਹ 65 ਹੈ। ਸੋ 65 ਦੇ ਉੱਤੇ ਤੁਹਾਨੂੰ ਪੈਨਸ਼ਨ ਜਿਹੜੀ ਹੈਗੀ CPP ਦੀ ਪੈਨਸ਼ਨ ਤੁਹਾਨੂੰ ਉੱਦਾਂ ਹੀ ਮਿਲੇਗੀ ਜਿਹੜੀ। ਅਗਰ ਤੁਸੀਂ 60 ਦੇ ਉੱਤੇ ਪੈਨਸ਼ਨ ਲੈਂਦੇ ਹੋ ਤੁਹਾਨੂੰ 6% ਹਰ ਸਾਲ ਦਾ ਘੱਟ ਮਿਲੇਗਾ। ਸੋ ਦਾ ਮਤਲਬ ਜੇ 60 ਤੇ ਲੈਂਦੇ ਹੋ ਤੁਹਾਨੂੰ 30% ਪੈਨਸ਼ਨ ਘੱਟ ਲੈਣੀ ਮਿਲੇਗੀ ਤੁਹਾਨੂੰ, ਜਿੰਨੀ ਤੁਹਾਡੀ ਬਣਦੀ ਆ। ਸੋ ਲੈਟਸ ਸੇ $1000 ਪੈਨਸ਼ਨ ਬਣਦੀ ਸੀਗੀ ਜੀ, ਅਗਰ ਤੁਸੀਂ 60 ਤੇ ਲੈ ਲੈਂਦੇ ਹੋ ਤੁਹਾਨੂੰ $700 ਮਿਲੇਗੀ, $300 ਘੱਟ ਮਿਲੇਗੀ। ਲੇਕਿਨ ਤੁਹਾਨੂੰ 5 ਸਾਲ ਵੱਧ ਵੀ ਤਾਂ ਮਿਲਨੇ ਆ। ਸੋ ਇਹ ਡਿਪੈਂਡ ਕਰਦਾ ਹੈ, ਰਾਈਟ, ਹਰ ਇੱਕ ਦੀ ਸਿਚੁਏਸ਼ਨ ਤੇ ਡਿਪੈਂਡ ਕਰਦਾ। ਸੋ ਮੈਂ ਜੇ ਪੈਨਸ਼ਨ ਵੀ ਵਿਦਡਰਾ ਕਰ ਰਿਹਾ ਤੇ ਉਧਰ ਮੈਂ ਨੌਕਰੀ ਵੀ ਕਰੀ ਜਾਂਦਾ, ਉਹਦਾ ਕੋਈ ਇਨਕਮ ਟੈਕਸ ਦੇ ਉੱਤੇ ਕੋਈ ਅਸਰ ਪਏਗਾ? ਸੋ ਜਿਹੜੀ CPP ਪੈਨਸ਼ਨ ਹੈਗੀ ਹੈ ਉਹ ਟੈਕਸੇਬਲ ਹੈ। ਇਹਦਾ ਮਤਲਬ ਜੋ ਤੁਹਾਨੂੰ ਪੈਨਸ਼ਨ ਮਿਲਦੀ ਹੈ ਤੁਹਾਡੀ ਇਨਕਮ ਦੇ ਵਿੱਚ ਐਡ ਹੁੰਦੀ ਹੈ, ਤੁਹਾਨੂੰ ਉਹਦੇ ਟੈਕਸ ਪੇ ਕਰਨਾ ਪੈਂਦਾ ਹੈ, ਟੈਕਸ ਪੇ ਕਰਨਾ ਪਏਗਾ। ਸੋ ਜਿੱਦਾਂ ਉਹ ਤੁਸੀਂ ਹੁਣ ਲਵੋ ਜਾਂ ਬਾਅਦ ਚ ਲਵੋ, ਨਾਰਮਲੀ ਇਹ ਕਿ 65 ਤੋਂ ਬਾਅਦ ਜਦੋਂ ਬੰਦਾ ਰਿਟਾਇਰ ਹੋ ਜਾਂਦਾ ਹੈ ਤੁਹਾਡੀ ਇਨਕਮ ਹੀ ਇੰਨੀ ਨਹੀਂ ਹੁੰਦੀ ਕਿ ਤੁਸੀਂ ਟੈਕਸ ਪੇ ਕਰਦੇ ਹੋ, ਪੈਨਸ਼ਨ ਮਿਲਦੀ ਹੈ। ਪਰ ਹਾਂ ਤੁਸੀਂ ਜੌਬ ਕਰਦੇ ਪਏ ਹੋ ਤਾਂ ਤੁਹਾਨੂੰ CPP ਪੈਨਸ਼ਨ ਨਾਲ ਮਿਲਦੀ ਪਈ ਹੈ ਤੇ ਤੁਹਾਡੀ ਫਿਰ ਉਹ ਟੈਕਸ ਤਾਂ ਲੱਗਣਾ ਹੀ ਲੱਗਣਾ ਹੋਣਾ, ਫਿਰ ਉਹ ਵੱਧ ਜਾਣੀ ਆ। ਉਹ ਜਿਹੜੇ ਨੇ ਸਵਾਲ ਪੁੱਛੇ ਨੇ ਕਿ ਟਰੂਡੋ ਸਾਹਿਬ ਨੂੰ ਬਦਲਣ ਨਾਲ ਕੋਈ ਫਰਕ ਪਏਗਾ? ਪੋਲੀਟੀਕਲ ਕੁਐਸਚਨ ਜੀ, ਸ਼ਾਇਦ ਮੇਰੀ ਹੈਸੀਅਤ ਨਹੀਂ ਹੈਗੀ ਜੀ ਉਹਨੂੰ ਜਵਾਬ ਦੇਣ ਦੀ। ਟੈਕਸੇਸ਼ਨ ਇਜ਼ ਜੀ ਫਾਈਨਾਂਸ ਡਿਪਾਰਟਮੈਂਟ ਜੀ, ਇਹ ਤਾਂ ਜਿਹੜੀ ਵੀ ਸਰਕਾਰ ਆਊਗੀ depending on what the law is, what the requirements is, this has to be applied। ਜਿਹੜਾ ਸਵਾਲ ਸੀਬਾ ਦੇ ਨਾਲ ਜੁੜਿਆ ਹੋਇਆ ਸੀ, ਇਹਦੇ ਵੀ ਕਈ ਪਿਛਲੇ ਵਾਰੀ ਤੁਸੀਂ ਜਦੋਂ ਆਏ ਤੇ ਬੜਾ ਕਲੀਅਰ ਕਰਕੇ ਗਏ ਸੀ 18 ਜਨਵਰੀ ਡੇਟ ਹੈ, ਤੇ ਹੁਣ ਹੋ ਕੀ ਰਿਹਾ ਜੀ ਸੀਬਾ ਦੇ ਬਾਰੇ ਵਿੱਚ ਸਾਨੂੰ ਇੱਕ ਨਟਸ਼ੈਲ ਚ ਦੱਸ ਦਿਓ ਪਹਿਲਾਂ ਤਾਂ ਹੋ ਕੀ ਰਿਹਾ। ਸੋ ਸਿੰਪਲ ਜੀ ਗੱਲ ਹੈ ਜੀ, 18 ਜਨਵਰੀ ਆਪਣੀ ਡੇਟ ਜਿਹੜੀ ਹੈਗੀ ਹੈ, ਤੁਸੀਂ ਜਿੱਥੇ ਵੀ ਮਾਰਕ ਕਰਨੀ ਹੈ ਰੈੱਡ ਪੈਨ ਦੇ ਨਾਲ ਜਾਂ ਹਾਈਲਾਈਟ ਕਰਨਾ ਹੈ ਜਾਂ ਆਪਣੇ ਕੈਲੰਡਰ 'ਚ ਪਾਉਣਾ, ਪਾ ਲਓ ਜੀ 18 ਜਨਵਰੀ ਲਾਸਟ ਡੇਟ ਹੈਗੀ ਹੈ ਅਗਰ ਤੁਸੀਂ ਆਪਣੀ ਸਬਸਿਡੀ ਅਵੇਲ ਕਰਨਾ ਚਾਹੁੰਦੇ ਹੋ। ਸੋ ਜ਼ਬਾਨੀ ਅਮਾਊਂਟ ਸੀਗਾ, ਜੇ ਤੁਸੀਂ 60,000 ਲੋਨ ਲਿੱਤਾ ਸੀਗਾ ਤੁਹਾਨੂੰ 40,000 ਮੋੜਨਾ ਹੈ। ਅਗਰ ਤੁਸੀਂ 18 ਜਨਵਰੀ ਤੱਕ ਨਹੀਂ ਮੋੜਿਆ ਤੇ ਤੁਹਾਨੂੰ 20,000 ਦਾ ਨੁਕਸਾਨ ਹੋ ਜਾਣਾ ਹੈ ਜੀ, ਸਿੰਪਲ। ਜੇ ਤੁਸੀਂ 40,000 ਲਿੱਤਾ ਸੀਗਾ ਤਾਂ ਤੁਹਾਨੂੰ 30,000 ਮੋੜਨਾ ਹੈ, ਤੁਹਾਨੂੰ 10,000 ਦਾ ਨੁਕਸਾਨ ਹੋ ਜਾਣਾ ਹੈ। 18 ਜਨਵਰੀ ਡੇਟ ਹੈ ਜੀ, ਕੋਈ ਅਪਡੇਟ ਨਹੀਂ ਹੈ, ਕੋਈ ਚੇਂਜਿਸ ਨਹੀਂ ਹੈ, ਕੁਛ ਵੀ ਨਾ ਸੁਣੋ, ਕੁਛ ਨਹੀਂ ਅਪਡੇਟ ਹੈਗਾ ਜੀ। ਬੜਾ ਰੌਲਾ ਪਿਆ ਸੀ, ਬੜਾ ਪ੍ਰੈਸ਼ਰ ਬਣਿਆ ਸੀ, ਬੜੀਆਂ ਅਪਰੋਚਸ ਕੀਤੀਆਂ ਗਈਆਂ ਪਰ ਨਹੀਂ, ਡੇਟ ਨਹੀਂ ਐਕਸਟੈਂਡ ਕੀਤੀ ਗਈ, ਕੋਈ ਐਕਸਟੈਂਸ਼ਨ ਨਹੀਂ ਹੈਗੀ ਜੀ। ਨਾਓ the only thing I can say is this one ਕਿ ਅਗਰ ਤੁਸੀਂ ਆਪਣੀ ਸਿਚੁਏਸ਼ਨ 'ਚ ਨਹੀਂ ਹੈਗੇ, ਕੁਛ ਲੋਕ ਹੈਗੇ ਨੇ ਜੀ ਬਿਲਕੁਲ ਜੈਨੂਅਨ ਬੰਦੇ ਨੇ ਜਿਹੜੇ ਬੰਦੇ ਆਪਣੇ ਨਹੀਂ ਪੇ ਕਰ ਸਕਦੇ ਇਸ ਚੀਜ਼ ਨੂੰ, ਤੁਹਾਡੇ ਕੋਲ ਨਹੀਂ ਪੈਸੇ ਹੈਗੇ, ਤੁਸੀਂ ਨਹੀਂ ਪੇ ਕਰ ਸਕਦੇ ਹੈਗੇ, ਤੁਸੀਂ ਆਪਣੇ ਬੈਂਕ ਦੇ ਕੋਲ, ਕ੍ਰੈਡਿਟ ਯੂਨੀਅਨ ਦੇ ਕੋਲ ਜਾਂ ਹੋਰ ਵੀ ਕੋਈ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਹੈਗਾ ਵੇ, ਤੁਸੀਂ ਉਹਦੇ ਕੋਲ ਜਾ ਕੇ ਰੀਫਾਈਨਾਂਸਿੰਗ ਅਪਲਾਈ ਕਰ ਸਕਦੇ ਹੋ। ਰੀਫਾਈਨਾਂਸਿੰਗ ਦਾ ਮਤਲਬ ਹੈ ਕਿ ਤੁਹਾਡਾ ਇਹੀ ਜਿਹੜਾ 60,000 ਦਾ ਲੋਨ ਹੈ ਉਹਨੂੰ ਉਹ 40,000 ਦਾ ਲੋਨ ਤੁਹਾਨੂੰ ਰੀਫਾਈਨਾਂਸ ਕਰ ਦੇਣਗੇ ਤੇ ਉਹ ਗਵਰਨਮੈਂਟ ਨੂੰ ਪੇ ਕਰ ਦੇਣਗੇ, ਤੁਸੀਂ ਉਸ 40,000 ਦਾ ਲੋਨ ਲਾਈ ਚੱਲੋ ਆਪਣਾ, ਤਾਂ ਕਿ ਤੁਸੀਂ 20,000 ਦਾ ਨੁਕਸਾਨ ਨਾ ਕਰੋ। ਉਹ ਅਗਰ ਤੁਸੀਂ ਕਰਨਾ ਵੈ ਤੇ ਉਹ ਵੀ 18 ਜਨਵਰੀ ਤੋਂ ਪਹਿਲੇ ਹੀ ਕਰਨਾ ਹੈਗਾ ਵੈ। ਅਗਰ ਤੁਸੀਂ 18 ਜਨਵਰੀ ਤੋਂ ਪਹਿਲੇ ਉਹਦੀ ਅਪਲਾਈ ਕਰ ਦਿੰਦੇ ਹੋ, ਔਰ ਚਲੋ ਬਿਜ਼ੀ ਬਹੁਤ ਹੋਏਗਾ ਇਸ ਟਾਈਮ, ਬੈਂਕ ਦਿਨ ਬਹੁਤ ਥੋੜੇ ਰਹਿ ਗਏ ਹੈਗੇ ਨੇ, ਤੁਹਾਡੀ ਐਪਲੀਕੇਸ਼ਨ ਅਪਰੂਵ ਨਹੀਂ ਹੋਈ ਜਾਂ ਹਾਲੇ ਪੈਂਡਿੰਗ ਹੈਗੀ ਹੈ, ਫਿਰ ਤੁਹਾਡੇ ਕੋਲ 28 ਮਾਰਚ ਤੱਕ ਦਾ ਟਾਈਮ ਹੈਗਾ ਵੈ। ਅੱਛਾ ਜੀ, ਫਿਰ ਤੁਸੀਂ 28 ਮਾਰਚ ਤੱਕ ਪੇ ਕਰ ਸਕਦੇ ਹੋ, ਪਰ ਓਨਲੀ ਅਗਰ ਤੁਸੀਂ 18 ਜਨਵਰੀ ਤੋਂ ਪਹਿਲਾਂ ਐਪਲੀਕੇਸ਼ਨ ਪਾਈਏ। ਅਗਰ ਤੁਸੀਂ ਕਹਿੰਦੇ ਮੈਂ 18 ਜਨਵਰੀ ਤੋਂ ਬਾਅਦ ਬੈਂਕ ਵਿੱਚ ਜਾਵਾਂਗਾ ਤੇ ਮੈਂ ਜਾ ਕੇ ਕਰਾਂਗਾ, ਸੌਰੀ ਤੁਹਾਡੇ 20,000 ਚਲੇ ਜਾਣਗੇ। ਸੋ
18 ਜਨਵਰੀ ਤੱਕ ਟਾਈਮ ਹੈ ਜੀ। ਜੇ ਪੈਸੇ ਹੈਗੇ ਨੇ ਤਾਂ ਪੇ ਕਰ ਦਿਓ, ਜੇ ਪੈਸੇ ਨਹੀਂ ਹੈਗੇ ਤਾਂ ਬੈਂਕ ਵਿੱਚ ਜਾ ਕੇ ਰੀਫਾਈਨਾਂਸ ਕਰ। ਹੁਣ ਰੀਫਾਈਨਾਂਸ ਕਰਾ ਲਿਆ ਮੈਂ, ਬੈਂਕ ਤੋਂ ਲੋਨ ਲੈ ਲਿਆ ਮੈਂ, ਉਹਨਾਂ ਨੇ ਮੇਰੇ ਪੈਸੇ ਪੇ ਕਰਤੇ, ਮੈਂ ਬੈਂਕ ਨੂੰ ਪੇ ਕਰਨੇ ਆ। ਬਿਲਕੁਲ ਠੀਕ ਜੀ। ਮੈਨੂੰ ਉੱਤੇ ਇੰਟਰਸਟ ਕਿੰਨਾ ਲੱਗੇਗਾ? ਡਿਪੈਂਡ ਔਨ ਤੁਹਾਡਾ ਜੀ ਬੈਂਕ ਦੇ ਉੱਤੇ, ਬੈਂਕ ਦੀ ਆਪਣੀ ਕੀ ਰੇਟ ਹੈਗੀ ਹੈ, ਡਿਪੈਂਡ ਔਨ ਤੁਹਾਡਾ ਕ੍ਰੈਡਿਟ ਦੇ ਉੱਤੇ, ਇਹ ਬੈਂਕ ਡਿਸਾਈਡ ਕਰੇਗਾ ਜਿਹੜੀ ਰੇਟ ਕੀ। ਤੇ ਜਿਹੜਾ ਸਰਕਾਰ ਨੇ ਦਿੱਤਾ ਸੀ ਉਹ ਤਾਂ ਇੰਟਰਸਟ ਫ੍ਰੀ ਸੀ, ਉਹ ਤਾਂ ਖਤਮ ਹੋ ਗਿਆ ਜੀ ਬਸ। ਉਹ ਇੰਟਰਸਟ ਅਗਰ ਹੁਣ ਲਾਸਟ ਥਿੰਗ ਇਹ ਹੈਗੀ ਹੈ, ਅਗਰ ਤੁਸੀਂ ਨਹੀਂ ਪੇ ਕੀਤਾ, ਤੁਸੀਂ ਤੁਹਾਨੂੰ ਬੈਂਕ ਨੇ ਅਪਰੂਵ ਹੀ ਨਹੀਂ ਕੀਤਾ, ਵਟ ਐਵਰ ਰੀਜ਼ਨ ਆਈ ਥਿੰਕ, ਤੁਸੀਂ ਤੁਹਾਡੇ ਕੋਲ ਕੋਈ ਆਪਸ਼ਨ ਨਹੀਂ ਬਚੀ। ਇਹਦਾ ਮਤਲਬ ਇਹ ਹੈਗਾ ਵੈ ਕਿ 19 ਜਨਵਰੀ ਨੂੰ ਉਹ ਲੋਨ ਜਿਹੜਾ ਹੈਗਾ ਵੈ ਸਰਕਾਰ ਦਾ $60,000 ਦਾ ਬਣ ਜਾਏਗਾ। ਉਹ ਜੀ ਤੁਹਾਡਾ 20,000 ਦਾ ਨੁਕਸਾਨ ਹੋ ਗਿਆ ਉਹਦੇ ਵਿੱਚ, ਠੀਕ ਹੈ ਜੀ। ਉਸ 60,000 ਦੇ ਲੋਨ ਨੂੰ ਤੁਸੀਂ ਹੁਣ ਸਰਕਾਰ ਤੁਹਾਨੂੰ 5% ਇੰਟਰਸਟ ਚਾਰਜ ਕਰੇਗੀ ਉਹਦੇ ਉੱਤੇ, ਰਾਈਟ ਜੀ, ਠੀਕ ਹੈ। ਔਰ ਤੁਹਾਨੂੰ 2026 ਤੱਕ ਪੇ ਕਰਨਾ ਉਹਨੂੰ ਵਾਪਸ। ਸਾਡੇ ਕੋਲ ਪੂਰੀ ਡਿਟੇਲ ਨਹੀਂ ਹੈਗੀ ਉਹਨੂੰ ਕਿਸ ਤਰ੍ਹਾਂ ਕਰਨਗੇ, ਲਾਈਕ ਵਾਂਸ ਦ ਗਵਰਨਮੈਂਟ ਪ੍ਰੋਵਾਈਡਸ ਦੈਟ ਆਫਟਰ ਜੀ ਵੀਲ ਸੀ। ਲੇਕਿਨ ਐਜ਼ ਆਫ ਟੁਡੇ ਲਾਈਕ ਆਈ ਸੈਡ, ਅਗਰ ਮੈਂ ਕਲੀਅਰ ਗੱਲ ਕਰਨਾ ਪਿਆ ਵਾਂ ਕਿ 18 ਜਨਵਰੀ ਬਹੁਤ ਇੰਪੋਰਟੈਂਟ ਡੇਟ ਹੈ। ਬਿਲਕੁਲ ਠੀਕ ਹੈ। ਹੁਣ ਇੱਕ ਕੁਐਸਚਨ ਸਾਡੇ ਕੋਲ ਮੀਨਾ ਜੀ ਨੇ ਭੇਜਿਆ। ਮੀਨਾ ਜੀ ਕਹਿੰਦੇ ਕਿ ਮੇਰਾ ਇੱਕ ਕੁਐਸਚਨ ਹੈ ਕਿ ਰੱਬ ਨਾ ਕਰੇ 65 ਸਾਲ ਤੋਂ ਪਹਿਲਾਂ ਮੇਰੀ ਮੌਤ ਹੋ ਗਈ, ਹਾਂਜੀ, ਤੇ ਜਿਹੜੀ ਉਹ ਪੈਨਸ਼ਨ ਮੇਰੀ ਜਮ੍ਹਾਂ ਹੋਈ ਆ ਉਹਦਾ ਕੀ ਬਣੇਗਾ? ਸੋ ਦੇਰ ਇਜ਼ ਸਮਥਿੰਗ ਕਾਲਡ CPP ਸਰਵਾਈਵਰ ਬੈਨੀਫਿਟ ਜੀ ਨਾ ਹੋਗਾ ਜੀ। ਅਗੇਨ ਇਹਦੇ ਰੂਲਸ ਜਿਹੜੇ ਹੈਗੇ ਨਾ, ਕੈਲਕੂਲੇਸ਼ਨਸ ਆਰ ਵੈਰੀ ਕੰਪਲੀਕੇਟਿਡ, ਈਵਨ we don't have any software ਕਿ ਆਪਾਂ ਉਹਨੂੰ ਕੈਲਕੂਲੇਟ ਕਰਕੇ ਤੁਹਾਨੂੰ ਦੱਸ ਸਕਦੀ ਹੈ। ਅੱਛਾ ਜੀ। ਲੇਕਿਨ ਆਫ ਕੋਰਸ ਡਿਪੈਂਡਿੰਗ ਔਨ ਤੁਹਾਡੀ ਸਿਚੁਏਸ਼ਨ ਕੀ, ਫੈਮਿਲੀ ਸਿਚੁਏਸ਼ਨ ਕੀ ਹੈ, ਤੁਸੀਂ ਸਿੰਗਲ ਹੋ, ਤੁਸੀਂ ਕਪਲ ਹੋ, ਤੁਹਾਡੇ ਕਿਸ ਤਰ੍ਹਾਂ ਹੈਗਾ, ਤੁਹਾਡੀ ਏਜ ਕਿੰਨੀ ਹੈਗੀ ਹੈ, ਉਸ ਹਿਸਾਬ ਦੇ ਨਾਲ ਗਵਰਨਮੈਂਟ ਉਹਨੂੰ ਆਪਣਾ ਬੈਨੀਫਿਟ ਤੁਹਾਨੂੰ ਦੇ ਸਕਦੀ ਹੈ। ਹਾਂ, ਜੇ ਸਿੰਗਲ ਆ ਤਾਂ ਫਿਰ ਉਹਦੇ ਬੱਚੇ ਨੂੰ ਜਾਏਗੀ? there's a way ਜੀ। there's also CPP disability as well। ਅਗਰ ਰੱਬ ਨਾ ਕਰੇ, ਇੱਕ ਹੋਰ ਬੜਾ ਕੁਐਸਚਨ ਆਉਂਦਾ ਹੁੰਦਾ ਵੈ ਕਿ ਮੈਂ ਡਿਸੇਬਲਡ ਹੋ ਗਿਆ ਜੀ ਔਰ ਮੈਂ ਕੰਮ ਨਹੀਂ ਕਰ ਸਕਦਾ ਹੈਗਾ, ਹੁਣ ਮੇਰੀ CPP ਪੈਨਸ਼ਨ ਦਾ ਕੀ ਕਰਾਂ? ਮੈਂ 65 ਤੱਕ ਵੇਟ ਕਰਾਂ? ਮੇਰੀ ਉਮਰ 40 ਸਾਲ ਦੀ ਹੈਗੀ ਹੈ, ਤੁਸੀਂ ਪੈਨਸ਼ਨ 40 ਤੇ ਵੀ ਲੈ ਸਕਦੇ ਹੋ। ਓਕੇ। ਔਰ CPP ਡਿਸੇਬਿਲਿਟੀ ਪੈਨਸ਼ਨ ਕਹਿੰਦੇ ਉਹਨੂੰ, ਉਸ ਚੀਜ਼ ਨੂੰ। ਅੱਛਾ ਜੀ। ਸੋ ਡਿਪੈਂਡਿੰਗ ਔਨ ਈਚ ਪਰਸਨ ਸਿਚੁਏਸ਼ਨ ਜੀ। ਅਗਰ ਕਿਸੇ ਦੀ ਰੱਬ ਨਾ ਕਰੇ ਸਿਚੁਏਸ਼ਨ ਇੱਦਾਂ ਦੀ ਬਣਦੀ ਹੈ, ਦੇ ਸ਼ੁੱਡ ਕਾਲ ਸਰਵਿਸ ਕੈਨੇਡਾ, ਉਹ ਤੁਹਾਨੂੰ ਗਾਈਡ ਕਰ ਸਕਦੇ ਹੈਗੇ ਨੇ। ਸੋ ਹੁਣ 2024 ਦੀ ਅਸੀਂ ਗੱਲ ਕਰ ਰਹੇ ਹਾਂ, ਨਵੇਂ ਸਾਲ 'ਚ ਆ ਗਏ ਹਾਂ ਤੇ ਟੈਕਸ ਸੀਜ਼ਨ ਆਲਰੇਡੀ ਸ਼ੁਰੂ ਹੋ ਗਿਆ। ਸੋ ਇਸ ਸਾਲ 'ਚ ਅਸੀਂ ਕੀ ਐਕਸਪੈਕਟ ਕਰ ਰਹੇ ਹਾਂ? ਸਾਨੂੰ ਸਾਡੇ ਕੋਲੋਂ ਕਿੰਨੇ ਕੁ ਪੈਸੇ ਸਰਕਾਰ ਹੁਣ ਲਏਗੀ ਟੈਕਸ ਦੇ ਵਿੱਚ? ਰਿਸ਼ੀ ਜੀ, ਮੈਂ ਬੜਾ ਵਧੀਆ ਕੁਐਸਚਨ ਤੁਸੀਂ ਕੀਤਾ ਨਾ, ਤੇ ਇਹ ਕੁਐਸਚਨ ਸਾਨੂੰ ਬੜਾ ਆਮ ਜਿਹਾ ਪੁੱਛਿਆ ਜਾਂਦਾ ਹੈਗਾ ਜੀ ਕਿ ਹਾਂਜੀ ਇਸ ਸਾਲ 'ਚ ਬੈਨੀਫਿਟ ਕਿੰਨੇ ਹੋਣਗੇ। ਮੇਰੇ ਕੋਲ ਇਹ ਨਹੀਂ ਪੁੱਛਿਆ ਜਾਂਦਾ ਕਦੇ ਵੀ ਕਿ ਟੈਕਸ ਕਿੰਨਾ ਲਵੇਗਾ। ਇਹ ਪਹਿਲੀ ਵਾਰੀ ਹੋ ਰਿਹਾ ਵੈ ਕਿ ਹਰ ਬੰਦਾ ਮੈਨੂੰ ਉਲਟਾ ਕੁਐਸਚਨ ਪੁੱਛਦਾ ਪਿਆ ਵੈ ਕਿ ਕਿੰਨੇ ਪੈਸੇ ਐਤਕੀ ਮੈਨੂੰ ਜ਼ਿਆਦਾ ਪੇ ਕਰਨੇ ਪੈਣੇ ਹੈ। ਨਾ ਨੋਰਮਲੀ ਤਾਂ ਜਿੱਦਾਂ ਹੁਣ ਸਾਡੀ ਲਿਮਿਟ ਹੈਗੀ ਹੈ, ਬੇਸਿਕ ਲਿਮਿਟ ਹੈਗੀ $15,000 ਸੀਗੀ। ਸੋ 15,000 ਤੱਕ ਕੋਈ ਟੈਕਸ ਨਹੀਂ ਲੱਗਦਾ। ਜਿਹੜੀ ਪੁਰਾਣੀ ਲਿਮਿਟ ਸੀ ਉਹ 15,750 ਹੋ ਗਈ ਹੈ ਇਸ ਵਾਰੀ, ਕਿਉਂਕਿ ਇਨਫਲੇਸ਼ਨ ਸੀਗਾ। ਇਹਦਾ ਮਤਲਬ $750 ਦੇ ਉੱਤੇ ਤੁਹਾਨੂੰ ਟੈਕਸ ਘੱਟ ਪੇ ਕਰਨਾ ਪਵੇਗਾ, ਰਾਈਟ? ਸੋ ਦੈਟਸ ਗੋਜ਼ ਅਪ ਐਵਰੀ ਈਅਰ। ਹਰ ਸਾਲ ਉਹ ਇਨਫਲੇਸ਼ਨ ਵੱਧਦੀ ਪਈ ਹੈਗੀ। ਪਰ ਐਤਕੀ ਮੈਨੂੰ ਕਿਸੇ ਨੇ ਉਹ ਨਹੀਂ ਕੁਐਸਚਨ ਪੁੱਛਿਆ। ਹਰ ਬੰਦਾ ਇਸ ਟਾਈਮ ਪਰਸੈਪਸ਼ਨ ਬਣਾ ਕੇ ਬੈਠਾ ਜਾਂ ਡਰ ਬਣਾ ਕੇ ਬੈਠਾ ਹੈ ਕਿ ਮੈਨੂੰ ਐਤਕੀ ਟੈਕਸ ਜ਼ਿਆਦਾ ਪੇ ਕਰਨਾ ਹੀ ਪੈਣਾ ਹੈ, ਕਰਨਾ ਹੀ ਪੈਣਾ। ਇਹ ਲੱਗਦਾ ਇਹ ਪਰਸੈਪਸ਼ਨ ਹੈ ਕਿ ਰਿਐਲਿਟੀ ਹੈ? ਇਹ ਰਿਐਲਿਟੀ ਵੀ ਹੈਗੀ ਹੈ ਜੀ, ਇਹ ਗੱਲ ਵੀ ਸੱਚ ਹੈ ਜੀ। ਸੋ ਜਨਰਲੀ ਜਿਹੜੇ ਇਨਕਮ ਟੈਕਸ ਰੇਟਸ ਹੈਗੇ ਆ, ਉਹਨਾਂ 'ਚ ਕੋਈ ਫਰਕ ਨਹੀਂ ਪਿਆ ਜੀ, ਉਹਨਾਂ 'ਚ ਕੋਈ ਚੇਂਜ ਨਹੀਂ ਹੈ। ਉਸ ਹਿਸਾਬ ਨਾਲ ਅਗਰ ਤੁਸੀਂ ਦੇਖੋਗੇ ਤਾਂ ਟੈਕਸ ਵੀ ਥੋੜ੍ਹਾ ਜਿਹਾ ਘੱਟ ਪੇ ਕਰੋਗੇ ਡਿਪੈਂਡਿੰਗ ਔਨ ਯੋਰ ਇਨਕਮ ਅਗੇਨ, ਠੀਕ ਹੈ। ਅਗਰ ਤੁਸੀਂ ਲੋਅਰ ਇਨਕਮ ਦੇ ਵਿੱਚ ਹੈਗੇ ਹੋ ਔਰ ਤੁਹਾਡਾ ਪਿਛਲੇ ਸਾਲ ਤੋਂ ਲੈ ਕੇ ਇਸ ਸਾਲ ਦੇ ਵਿੱਚ ਕੋਈ ਚੇਂਜ ਨਹੀਂ ਹੋਇਆ, ਦ ਓਨਲੀ ਟੈਕਸਿਸ ਯੂ ਵਿਲ ਪੇ ਐਕਸਟਰਾ ਇਜ਼ ਅ CPP ਐਂਡ EI, ਜਿਹੜੀ ਤੁਸੀਂ ਆਪਣੇ ਕਟਾਉਂਦੇ ਹੈਗੇ ਹੋ। EI ਵੀ ਵੱਧ ਗਈ ਹੈ? ਇਹ ਵੀ ਵੱਧ ਗਈ ਜੀ, 3 ਸੈਂਟ ਵੱਧ ਗਈ ਉਹਦੀ ਵੀ, ਠੀਕ ਹੈ ਜੀ। 1.66%, ਮਤਲਬ ਹਰ $100 ਦੇ ਪਿੱਛੇ $1.66 ਤੁਸੀਂ ਪੇ ਕਰਦੇ ਹੋ, ਉਹਦਾ ਉਹ ਵੀ ਚਲੇ ਜਾਏਗਾ, ਠੀਕ ਹੈ। ਸੇਮ ਥਿੰਗ ਐਮਪਲੋਇਰ ਦਾ ਵੀ ਹੈ। ਨਾਓ ਐਜ਼ ਫਾਰ ਐਜ਼ ਉਹ ਦੋ ਚੀਜ਼ਾਂ ਹੋ ਗਈਆਂ। ਅਗਰ ਤੁਸੀਂ ਹਾਇਰ ਇਨਕਮ ਦੇ ਵਿੱਚ ਹੈਗੇ ਹੋ, ਸੋ ਦੈਟ ਮੀਨਸ ਤੁਸੀਂ ਮੋਰ ਦੈਨ 68,000 ਕਮਾਉਂਦੇ ਹੈਗੇ ਹੋ, ਰਾਈਟ ਜੀ, ਦੈਨ ਯੂ ਵਿਲ ਸੀ ਯੋਰ ਪੋਕਟ ਗੋਇੰਗ ਡਾਊਨ ਮੋਰ ਬਿਕਾਜ਼ ਆਫ ਦ ਐਕਸਟਰਾ CPP ਜਿਹੜੀ ਨਵੀਂ ਸਲੈਬ ਸ਼ੁਰੂ ਹੋਈ ਹੈ, ਉਹਦੇ ਕਾਰਨ ਹੋਰ ਘਟੇਗੀ, ਠੀਕ ਹੈ। ਫਿਰ ਸਾਡੇ ਕੋਲ ਹੋਰ ਹੈਗੇ ਨੇ ਜਿਹੜੇ ਬੰਦੇ $2.5-3 ਲੱਖ ਜ਼ਿਆਦਾ ਕਮਾਉਂਦੇ ਨੇ, ਮਤਲਬ ਹਾਇਰ ਇਨਕਮ 2 ਲੱਖ 3 ਲੱਖ ਤੋਂ ਉੱਪਰ ਕਮਾਉਂਦੇ ਹੈਗੇ ਜੀ ਜੀ। ਉਹਨੂੰ ਸਾਨੂੰ ਕੈਂਪਸਨ ਆਇਆ ਕਿ ਆਲਟਰਨੇਟਿਵ ਮਿਨੀਮਮ ਟੈਕਸ AMT ਉਹਨੂੰ ਕਹਿੰਦੇ ਨੇ, ਉਹਦੇ ਰੂਲਸ ਚੇਂਜ ਹੋ ਰਹੇ ਨੇ, ਉਹਦੇ ਵਿੱਚ ਵੀ ਤੁਸੀਂ ਐਕਸਟਰਾ ਸ਼ਾਇਦ ਪੇ ਕਰੋਗੇ, ਉਹ 'ਚ ਵੀ ਵਾਧੂ ਘੱਟ ਲੱਗੇਗਾ, ਤੁਹਾਡੀ ਪੋਕਟ ਡੈਫੀਨੇਟਲੀ ਥੋੜ੍ਹੀ ਜਿਹੀ ਘਟੇਗੀ। ਜਿਵੇਂ ਅਸੀਂ CPP ਵੱਧ ਘਟਾਵਾਂਗੇ,
ਇਹਦਾ ਬੈਨੀਫਿਟ ਸਾਨੂੰ ਹੀ ਹੈ ਅਲਟੀਮੇਟਲੀ। ਵੈਰੀ ਗੁੱਡ ਕੁਐਸਚਨ ਜੀ। ਮੈਂ ਇਹੀ ਸੋਚਦਾ ਪਿਆ ਸੀ ਕਿ ਆਪਾਂ ਸਿੱਕੇ ਦਾ ਦੂਸਰਾ ਪੈਰ ਵੀ ਦੇਖ ਲਈਏ ਕਿ ਪਰ ਇਹ ਨਾ ਕਹੀਏ ਕਿ ਹਾਂ ਵੀ ਘਟ ਗਿਆ ਹੈਗਾ ਵੈ। ਤੋ ਜਨਰਲੀ ਸਪੀਕਿੰਗ ਅਗੇਨ ਇਟਸ ਅ ਵੈਰੀ ਹਾਈ ਬਾਲ ਪਾਰਕ, ਨੋਟ ਐਗਜ਼ੈਕਟ ਇਨ ਜਨਰਲੀ ਸਪੀਕਿੰਗ ਕਿ ਜੋ ਤੁਹਾਡੀ ਐਵਰੇਜ ਇਨਕਮ ਸੀਗੀ ਨਾ ਪਿਛਲੇ ਸਾਲਾਂ ਦੇ ਵਿੱਚ, ਤੁਹਾਨੂੰ ਉਹਦੀ ਨਾ ਰਫਲੀ 1/4 CPP ਮਿਲਦੀ ਹੈ ਜੀ ਸਾਰੇ ਸਾਲ ਦੀ। ਸੋ ਸਪੋਜ਼ ਕਰੋ ਕਿ ਤੁਸੀਂ ਕਹਿੰਦੇ ਹੋ ਕਿ 50,000 ਮੇਰੀ ਐਵਰੇਜ ਸੀਗੀ ਤੇ $12,500 ਤੁਹਾਨੂੰ ਸਾਲ ਦੀ ਪੈਨਸ਼ਨ ਮਿਲਦੀ ਹੈ 1/4 ਅੱਜ ਦੀ ਡੇਟ ਦੇ ਵਿੱਚ। ਰਾਈਟ ਜੀ। ਗਵਰਨਮੈਂਟ ਕੀ ਕੋਸ਼ਿਸ਼ ਕਰਦੀ ਪਈ ਹੈ, ਉਹ ਗਵਰਨਮੈਂਟ ਕਹਿੰਦੀ ਪਈ ਕਿ 1/4 ਇਨਫ ਨਹੀਂ ਹੈਗੀ। ਉਹ ਗੱਲ ਵੀ ਸੱਚ ਹੈ। ਅੱਜ $1,000 ਪੈਨਸ਼ਨ ਦੇ ਨਾਲ ਜੇ ਮੈਂ ਸਪੋਜ਼ ਕਰੋ ਕਿ ਮੈਨੂੰ 10 ਸਾਲ ਇੱਥੇ ਰਹਿੰਦੇ ਨਹੀਂ ਹੋਏ, ਮੈਂ ਇੱਥੇ 10 ਸਾਲ ਤੋਂ ਘੱਟ ਕੰਮ ਕੀਤਾ, ਤੁਹਾਨੂੰ ਪੈਨਸ਼ਨ ਕਿੰਨੀ ਕੁ ਆਉਣੀ ਹੈ? ਕੁਛ ਵੀ ਨਹੀਂ, ਖਾਸ ਆਉਣੀ। ਤੁਹਾਨੂੰ ਉਹ 65 ਸਾਲ ਵਾਲੀ ਪੈਨਸ਼ਨ ਵੀ ਨਹੀਂ ਮਿਲਣੀ। ਸੋ ਬੇਸਿਕਲੀ ਸਰਵਾਈਵ ਕਰਨਾ ਬੜਾ ਔਖਾ ਹੈ ਜੀ। ਉਹ ਜਿਹੜੀ ਪੈਨਸ਼ਨ ਹੈ ਨਾ ਉਹਨੂੰ 1/4 ਤੋਂ 1/3 ਕੀਤਾ ਜਾ ਰਿਹਾ ਹੈ। ਮਤਲਬ ਪੈਨਸ਼ਨ ਵਧੇਗੀ ਅਗਲੇ ਸਾਲਾਂ 'ਚ। ਸੋ ਆਉਣ ਵਾਲੇ ਟਾਈਮ ਦੇ ਵਿੱਚ ਹੁਣ ਡਿਪੈਂਡਿੰਗ ਔਨ ਤੁਹਾਡੀ ਏਜ ਕਿੰਨੀ ਹੈਗੀ ਹੈ। ਅਗਰ ਤੁਸੀਂ 25 ਹੈਗੇ ਹੋ ਤਾਂ ਤੁਹਾਨੂੰ ਬਹੁਤ ਵੇਟ ਕਰਨੀ ਹੈ। ਮੇਰੇ ਵਰਗਾ ਚਲੋ ਹੋਰ 10-15 ਸਾਲ ਤੱਕ ਲਏਗਾ ਪੈਨਸ਼ਨ, ਸਾਡੀ ਪੈਨਸ਼ਨ ਜ਼ਿਆਦਾ ਹੋਏਗੀ। ਓਕੇ। ਸੋ ਇਹ ਜਿਹੜਾ CPP ਐਨਹਾਂਸਮੈਂਟ ਬਣਾਈ ਗਈ, ਜਿਹੜੀ ਐਕਸਟਰਾ ਬਣਾਈ ਗਈ, ਉਹ ਉਹਦੇ ਵਾਸਤੇ ਬਣਾਈ ਗਈ ਹੈ ਕਿ CPP ਦੀ ਪੈਨਸ਼ਨ ਵਧਾਈ ਜਾਵੇ। ਸੋ ਪੈਨਸ਼ਨ ਜਿਹੜੀ ਹੈਗੀ ਤੁਹਾਡੀ ਅਗਲੇ ਸਾਲਾਂ ਦੇ ਵਿੱਚ ਜੇ ਤੁਸੀਂ ਅੱਜ 1,000 ਲੈਂਦੇ ਹੋ ਤੇ ਕੱਲ੍ਹ ਨੂੰ $1,200 ਵਧੇਗੀ। ਸੋ ਡੈਫੀਨੇਟਲੀ ਇਸ ਚੀਜ਼ ਦਾ ਫਾਇਦਾ ਹੈਗਾ ਵੈ, ਪਰ ਫਿਊਚਰ ਦੇ ਵਿੱਚ ਹੈ ਜੀ। ਐਂਡ ਡਿਪੈਂਡਸ ਤੁਸੀਂ ਕਿਹੜੀ ਏਜ ਹੋ, ਕਿੰਨਾ ਕੰਟਰੀਬਿਊਟ। ਅੱਜ ਥੋੜ੍ਹਾ ਜਿਹਾ ਔਖੇ ਹੋਵੋ, ਕੱਲ੍ਹ ਨੂੰ ਵਧੀਆ ਰਹੇਗੀ ਹੋਪਫੁਲੀ ਜੀ। ਹਾਂ, ਈਵਨਿੰਗ ਆਪਣੀ ਜ਼ਿੰਦਗੀ ਦੀ ਵਧੀਆ ਰਹੇਗੀ, ਉਮੀਦ ਹੈਗੀ। ਤੇ ਫਾਈਨਲ ਵਰਡ ਸਰ, ਆਪਾਂ ਹੁਣੇ ਗੱਲ ਕੀਤੀ ਕਿ ਇਸ ਸਾਲ ਦੇ ਵਿੱਚ ਟੈਕਸ ਵਧਣੇ ਨੇ ਜਾਂ ਬੈਨੀਫਿਟ ਹੈਗੇ ਨੇ। ਮੈਂ ਇੱਕ ਡਿਫਰੈਂਟ ਮੈਸੇਜ ਦੇਣ ਆਇਆ ਇਸ ਵਾਰੀ ਨਾ ਜੀ। ਮੈਂ ਆਪਣੀ ਲਿਸਟ ਬਣਾ ਰਿਹਾ ਸੀਗਾ ਕਿ ਇਸ ਸਾਲ ਦੇ ਵਿੱਚ ਟੈਕਸ ਚੇਂਜਿਸ ਕਿਹੜੇ ਹੈਗੇ ਨੇ। ਸੋ ਟੈਕਸ ਚੇਂਜਿਸ ਆਪਾਂ ਗਿਣ ਲਏ ਜੀ ਕਿ ਹਾਂਜੀ ਆਪਣੀਆਂ ਰੇਟ ਵੱਧ ਗਈਆਂ ਵੈ, CPP ਹੈਗੀ ਹੈ, ਕੁਛ ਹੈਗਾ ਵੈ। ਲੇਕਿਨ ਇੱਕ ਜਿਹੜੀ ਮੇਨ ਮੈਂ ਬੜੀ ਇੰਪੋਰਟੈਂਟ ਗੱਲ ਕਹਿਣ ਵਾਸਤੇ ਆਇਆ ਵਾਂ, ਇਸ ਸਾਲ ਦੇ ਵਿੱਚ ਨਾ ਨਵੀਆਂ ਫਾਈਲਿੰਗਸ ਬਹੁਤ ਆਈਆਂ ਵੈ। ਅੱਛਾ ਜੀ। ਅੰਡਰ ਯੂਜ਼ਡ ਹਾਊਸਿੰਗ ਟੈਕਸ, ਰੈਜ਼ੀਡੈਂਸ਼ੀਅਲ ਫਲਿਪਿੰਗ ਰੂਮ ਟਰਸਟ, ਬੇਅਰ ਟਰਸਟ, ਹੋਰ ਬੜੀਆਂ ਲਿਸਟਿੰਗ ਆਈਆਂ ਵੈ। ਇਹ ਨਵੀਆਂ ਫਾਈਲਿੰਗ ਜਿਹੜੀਆਂ ਆਈਆਂ ਵੈ, ਇਹ ਨਵੇਂ ਟੈਕਸ ਨਹੀਂ ਲੈ ਕੇ ਆਈਆਂ। ਲੇਕਿਨ ਅਗਰ ਤੁਸੀਂ ਇਹ ਫਾਈਲਿੰਗ ਨਹੀਂ ਕਰਦੇ ਤਾਂ ਉੱਥੇ ਪੈਨਲਟੀਜ਼ ਬਹੁਤ ਨੇ। ਓਕੇ। ਸੋ ਤੁਸੀਂ ਸ਼ਾਇਦ ਆਪਣਾ ਟੈਕਸ ਨੂੰ ਨਾ ਦੇਖੋਗੇ, ਪਰ ਅਗਰ ਰੱਬ ਨਾ ਕਰੇ ਤੁਸੀਂ ਉਸ ਟਰੈਪ 'ਚ ਫਸ ਗਏ, ਤੁਸੀਂ ਪੈਨਲਟੀਆਂ ਬਹੁਤ ਪੇ ਕਰਨੀਆਂ। ਉਹ ਵੀ ਇੱਕ ਗੰਦਾ ਟੈਕਸ, ਬੈਡ ਟੈਕਸ ਉਹਨੂੰ ਆਪਾਂ ਕਹਿੰਦੇ ਹੈਗੇ ਆ। ਦੂਜੀ ਗੱਲ ਹੈਗੀ ਹੈ, ਇਸ ਟਾਈਮ ਅਗਰ ਸਪੋਜ਼ ਕਰੋ ਕਿ ਤੁਸੀਂ ਆਪਣੇ ਟੈਕਸ ਨਹੀਂ ਪੇ ਕੀਤਾ ਜਾਂ ਅਰੀਅਰਸ ਪਏ ਨੇ ਜਾਂ ਇੰਸਟਾਲਮੈਂਟ ਨਹੀਂ ਪੇ ਕੀਤੀਆਂ, ਇਸ ਟਾਈਮ ਉਹਦੀ ਜਿਹੜੀ ਇੰਟਰਸਟ ਰੇਟ ਹੈ ਜਿਹੜੀ ਸਰਕਾਰ ਚਾਰਜ ਕਰਦੀ ਵੀ ਉਹ 10% ਹੈ ਔਰ ਉਹ ਕੰਪਾਊਂਡਡ ਹੈ ਐਵਰੀ ਡੇ। ਸੋ ਅਗਰ ਤੁਸੀਂ ਆਪਣਾ ਟੈਕਸ ਤੁਸੀਂ ਨਹੀਂ ਪੇ ਕੀਤਾ ਤੇ ਔਖੇ ਸੌਖੇ ਪੇ ਕਰ ਸਕਦੇ ਹੋ ਤੇ 10% ਇੰਟਰਸਟ ਬਚਾ ਸਕਦੇ ਹੋ। ਸੋ ਇਹ ਮੇਰਾ ਮੈਸੇਜ ਹੈਗਾ ਜੀ ਇਸ ਵਾਰੀ ਦਾ। ਮੈਂ ਟੈਕਸ ਦਾ ਮੈਸੇਜ ਨਹੀਂ ਪਾ ਰਿਹਾ ਜੀ, ਮੈਂ ਇੰਟਰਸਟ, ਪੈਨਲਟੀਜ਼ ਤੇ ਜਿਹੜੇ ਅਰੀਅਰਸ ਹੈਗੇ ਨੇ ਉਹਨਾਂ ਦਾ ਮੈਸੇਜ ਪਾ ਰਿਹਾ ਵਾਂ। ਔਰ ਫਾਈਲਿੰਗਸ ਦਾ ਸ਼ਾਇਦ ਮੈਂ ਪਿਛਲੇ ਸਾਲਾਂ ਦੇ ਵਿੱਚ ਇੰਨਾ ਜ਼ੋਰ ਨਾਲ ਨਹੀਂ ਕਿਹਾ ਹੋਏਗਾ, ਪਰ ਇਸ ਸਾਲ ਦੇ ਵਿੱਚ ਤੁਹਾਨੂੰ ਸ਼ਾਇਦ ਇੱਕ ਅੱਛੇ ਅਕਾਊਂਟੈਂਟ ਦੀ ਜ਼ਰੂਰਤ ਹੈਗੀ ਹੈ ਜੀ। ਮੈਂ ਇਸ ਸਾਲ ਜਿਹੜੀਆਂ ਨਵੀਆਂ ਫਾਈਲਿੰਗਸ ਆਈਆਂ ਮੈਂ ਉਹਨਾਂ ਨੂੰ ਇਗਨੋਰ ਨਾ ਕਰੋ। ਉਹਨਾਂ ਨੂੰ ਆਪਣੇ ਇੱਕ ਚੰਗੇ ਅਕਾਊਂਟੈਂਟ ਦੇ ਕੋਲ ਜਾਵੋ। ਇਹ ਸਾਲ ਜਿਹੜਾ ਹੋਏਗਾ ਤੁਹਾਨੂੰ ਸ਼ਾਇਦ ਇੱਕ ਟੈਸਟ ਹੋਏਗਾ ਕਿ ਤੁਹਾਡਾ ਅਕਾਊਂਟੈਂਟ ਚੰਗਾ ਹੈ, ਜਿਹੜਾ ਤੁਹਾਨੂੰ ਪ੍ਰੋਪਰ ਗਾਈਡ ਕਰੇਗਾ ਔਰ ਤੁਹਾਡੀ ਪ੍ਰੋਪਰ ਫਾਈਲਿੰਗਸ ਕਰੇਗਾ ਤਾਂ ਕਿ ਤੁਹਾਨੂੰ ਉਹ ਪੈਨਲਟੀਆਂ ਨਾ ਹੋਣਗੀਆਂ। ਰਾਈਟ ਜੀ, ਮੇਰਾ ਮੈਸੇਜ ਹੈ। ਬਹੁਤ ਇੰਪੋਰਟੈਂਟ, ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ ਮਦਾਨ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਥੈਂਕ ਯੂ ਸਰ। ਥੈਂਕ ਯੂ।